देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी, संपादक पंजाब टैलीविजन, और इन्हां दे नाल सरदार जगतार सिंह, ऑथर ने ਵੱਖ-ਵੱਖ किताबां दे, और ता उम्र इन्हां ने इंडियन एक्सप्रैस दे विच एज ए जर्नलिस्ट काम कीता। जी आया जी। थैंक यू। शुक्रिया जी। ਅੱਜ ਪੰਜਾਬ ਦੀ ਪੋਲਿਟਿਕਸ ਵਿੱਚ ਕਾਫੀ ਅਹਿਮ ਦਿਨ ਸੀ। ਇਹ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੀ ਅੰਤਮ ਅਰਦਾਸ ਹੀ ਨਹੀਂ ਸੀ, ਭੋਗ ਸੈਰੇਮਨੀ ਤੱਕ ਸੀਮਤ ਨਹੀਂ ਸੀ ਇਹ ਦਿਨ। ਇਹ ਪੰਜਾਬ ਲਈ ਇੱਕ ਵੱਡਾ ਦ੍ਰਿਸ਼ ਸੀ, ਸੀਨ ਸੀ, ਪੋਲੀਟੀਕਲ ਦ੍ਰਿਸ਼ ਸੀਗਾ ਖਾਸ ਤੌਰ ਤੇ, ਜਿਹਦੇ ਅਸਰ ਦੂਰਗਾਮੀ ਹੋਣ ਵਾਲੇ ਆ ਔਰ ਜਿਹੜੇ ਬਹੁ ਅਰਥ ਵੀ ਨੇ। ਮਲਟੀ ਡਿਮੈਂਸ਼ਨਲ ਨਜ਼ਰੀਏ ਨਾਲ ਇਹਨੂੰ ਤੱਕਿਆ ਕਈ ਕੋਣ ਸਾਹਮਣੇ ਆਉਂਦੇ ਆ। ਉੱਥੋਂ ਇੱਕ ਪੋਲਿਟਿਕਸ ਔਰ ਭਵਿੱਖੀ ਤਸਵੀਰ ਵੀ ਬਣਦੀ ਦਿਸਦੀ ਹੈ। ਉਸ ਮੰਚ ਤੋਂ ਬਿਹਤਰੀਨ ਤਰੀਕੇ ਨਾਲ ਸਮਝਿਆ ਜਾ ਸਕਦਾ ਜੇ ਤੁਸੀਂ ਉਸ ਤਰ੍ਹਾਂ ਦਾ ਨਜ਼ਰੀਆ, ਵਿਜ਼ਨ ਰੱਖਦੇ ਹੋਵੋ। ਸੋ ਮੈਂ ਤੁਹਾਡੇ ਨਾਲ ਸ਼ਾਮਲ ਹੋ ਕੇ ਸਮਝਣ ਦੀ ਕੋਸ਼ਿਸ਼ ਕਰਦਾ ਐਕਸਪਰਟਸ ਤੋਂ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਜਾਣਦੇ ਹਾਂ ਕਿ ਦਰਅਸਲ ਉਸ ਦ੍ਰਿਸ਼ ਵਿੱਚੋਂ ਵਰਣਨਯੋਗ ਅਹਿਮ, ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੋਂ ਇੱਕ ਮੁਆਫੀ, ਜਨਤਕ ਤੌਰ ਤੇ ਇੱਕ ਮੁਆਫੀ ਮੰਗਦੇ ਆ। ਗੱਲ ਇੱਥੋਂ ਤੋਰਦੇ ਆ। ਸਰਦਾਰ ਹਮੀਰ ਸਿੰਘ ਜੀ, ਤੁਸੀਂ ਕਿਵੇਂ ਸਮਝਿਆ ਇਸ ਪੂਰੇ ਦ੍ਰਿਸ਼ ਵਿੱਚੋਂ ਭਵਿੱਖ ਦੀ ਰਾਜਨੀਤੀ ਕਿਵੇਂ ਦੀ ਤੁਹਾਨੂੰ ਲੱਗੀ? ਬਿਲਕੁਲ, ਜਦੋਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਜਿਹੜੀ ਮੌਤ ਹੋਈ ਹੈ, ਉਦੋਂ ਤੋਂ ਹੀ ਵੈਸੇ ਤਾਂ ਇੱਕ ਗੱਲ ਹੋ ਰਹੀ ਹੈ ਲਗਾਤਾਰ, ਪਰ ਬਹੁਤੀਆਂ ਗੱਲਾਂ ਉਹਨਾਂ ਦੇ ਨਿੱਜੀ ਗੁਣਾਂ ਦੇ ਆਲੇ ਦੁਆਲੇ ਹੋ ਰਹੀਆਂ ਸੀ ਹੁਣ ਤੱਕ ਵੀ। ਈਵਨ ਭੋਗ ਦੇ ਸਮਾਗਮ ਦੇ ਵਿੱਚ ਵੀ ਜ਼ਿਆਦਾਤਰ ਆਗੂਆਂ ਨੇ ਕਿ ਉਹ ਸਮੇਂ ਦੇ ਪਾਬੰਦ ਸੀ, ਉਹ ਪਾਰਟੀ ਦੇ ਲੋਇਲ ਸੀ, ਉਹ ਬਾਕੀ ਪਾਰਟੀਆਂ ਤੋਂ, ਪਾਰਟੀ ਤੋਂ ਉੱਪਰ ਜਾ ਕੇ ਸਾਰਿਆਂ ਨਾਲ ਮੁਹੱਬਤ ਰੱਖਦੇ ਸੀ, ਸੰਜਮੀ ਸੀ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ। ਪਰ ਐਕਚੁਅਲੀ ਜਿਹੜਾ ਉਹਨਾਂ ਦਾ 70 ਸਾਲ ਦਾ ਤਜਰਬਾ, ਉਹ ਇੰਡੀਵਿਜੂਅਲ ਨਹੀਂ ਨਾ, ਉਹ ਪੋਲੀਟੀਕਲ ਤਜਰਬਾ ਹੈ। ਅਸਲ 'ਚ ਸਿਆਸਤ ਕੀ ਸੀ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਸਿਆਸਤ ਬਾਰੇ ਗੱਲ ਕਰਨਾ ਨਿਹਾਇਤ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਕੋਈ ਨਾਰਮਲ ਬੰਦਾ ਭੋਗ ਆਇਆ ਜੇ ਇੱਧਰ ਹੋ ਗਿਆ, ਚਲੋ ਜੀ ਠੀਕ ਹੈ ਜੀ ਹੋ ਗਿਆ। ਕੁਝ ਹੀ ਬੁਲਾਰਿਆਂ ਨੇ ਪੋਲਿਟਿਕਸ ਨੂੰ ਟੱਚ ਕੀਤਾ ਅਸਲ ਦੇ ਵਿੱਚ, ਉੱਥੇ ਜ਼ਿਆਦਾ ਨਹੀਂ। ਸਭ ਤੋਂ ਪਹਿਲੀ ਗੱਲ ਜੇ ਮੈਂ ਇਹ ਕਹਾਂ ਕਿ ਉਸ ਮੰਚ ਨੂੰ ਐਜ ਏ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਜੋ ਲੋਕਾਂ ਦੇ ਜਜ਼ਬਾਤ ਜਾਂ ਜਿੰਨੇ ਉੱਥੇ ਲੋਕ ਆਏ, ਜਾਂ ਇਹਨਾਂ ਦਿਨਾਂ ਦੇ ਦੌਰਾਨ ਜੋ ਇੱਕ ਮੀਡੀਆ 'ਚ ਮਾਹੌਲ ਬਣਿਆ, ਜੋ ਇੱਕ ਵਰਤਾਂਤ ਸਿਰਜਿਆ, ਸ਼ਾਇਦ ਮੈਨੂੰ ਇਹ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗਿਆ ਕਿ ਇਹ ਮੰਚ ਹੁਣ ਇਸ ਗੱਲ ਦੇ ਲਈ ਇੱਥੇ ਗੱਲ ਹੋਣੀ ਚਾਹੀਦੀ ਹੈ, ਜਿਹੜੀਆਂ ਗੱਲਾਂ ਉਹ ਸ਼ਾਇਦ ਕਈ ਵਾਰ ਹੋਰ ਕਿਤੇ ਨਹੀਂ ਕਰ ਰਹੇ ਜਾਂ ਨਹੀਂ ਹੋ ਰਹੀਆਂ ਉਸ ਪੱਧਰ ਦੇ ਉੱਤੇ। ਉਹਨਾਂ ਨੇ ਸਭ ਤੋਂ ਬੜੀ ਗੱਲ ਇਹੀ ਕੀਤੀ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਤਾਂ ਨਹੀਂ ਬਣ ਸਕਦਾ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਮਿਸ਼ਨ, ਜਿਹੜੇ ਉਹਨਾਂ ਦੇ ਮੋਟੀਆਂ ਗੱਲਾਂ ਸੀਗੀਆਂ, ਉਹਦੇ ਤੇ ਟਰਾਈ ਕਰੂੰਗਾ ਚੱਲਣ ਦੀ। ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਿਤੇ ਅਹਿਸਾਸ ਹੈ ਅੰਦਰ ਕਿ ਕਿਤੇ ਨਾ ਕਿਤੇ ਖਾਲਸਾ ਪੰਥ ਦੇ ਅੰਦਰ ਉਹਨਾਂ ਨੇ ਸ਼ਬਦ ਖਾਲਸਾ ਪੰਥ ਇਸਤੇਮਾਲ ਕੀਤਾ ਤੇ ਨਾਲ ਪੰਜਾਬ ਵੀ ਕੀਤਾ, ਔਰ ਵੀ ਉਹ ਕਿਤੇ ਨਾ ਕਿਤੇ ਨਾਰਾਜ਼ਗੀ ਹੈਗੀ ਹੈ ਲਗਾਤਾਰ ਕਿਸੇ ਪ੍ਰੋਸੈਸ ਦੇ ਵਿੱਚੋਂ। ਤਾਂ ਇਸ ਲਈ ਉਹਨਾਂ ਨੇ ਇਸ ਲਈ ਗੱਲ ਕੀਤੀ ਬੜੀ ਕਲੀਅਰ ਇਸ ਵਾਰ ਮੁਕਾਬਲਤਨ ਪਹਿਲੇ ਕਿਸੇ ਵੀ ਸਮੇਂ ਦੇ ਨਾਲੋਂ, ਕਿ ਮੈਂ ਖਾਲਸਾ ਪੰਥ ਤੋਂ, ਸਮੁੱਚੇ ਪੰਜਾਬ ਤੋਂ, ਮੈਥੋਂ, ਮੇਰੇ ਪਰਿਵਾਰ ਤੋਂ, ਮੇਰੇ ਬਜ਼ੁਰਗਾਂ ਤੋਂ ਜਾਣੇ ਤੌਰ ਤੇ ਗਲਤੀਆਂ ਹੋਈਆਂ ਹੋਣਗੀਆਂ, ਹੁਣ ਉਹਨਾਂ ਨੂੰ ਮਾਫ ਕਰ ਦਿਓ ਤੁਸੀਂ। ਮਤਲਬ ਖਾਲਸਾ ਪੰਥ ਜਾਂ ਪੰਜਾਬ ਉਹਨੂੰ ਮਾਫ ਕਰ ਦੇ, ਆਪਾਂ ਅੱਗੇ ਹੁਣ ਪੰਜਾਬ ਲਈ, ਪੰਜਾਬ ਦੇ ਭਵਿੱਖ ਲਈ ਜਾਂ ਬਾਕੀ ਚੀਜ਼ਾਂ ਜਿਹੜੀਆਂ ਉਹ ਸੋਚੀਆਂ। ਇਹ ਆਪਦੇ ਆਪ ਚ ਇੱਕ ਮੈਨੂੰ ਲੱਗਦਾ ਵੱਡੀ ਉਸ ਪੱਧਰ ਦੀ ਗੱਲ ਹੈ ਕਿ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਤੋਂ ਲੋਕ ਸੁਣਨਾ ਚਾਹੁੰਦੇ ਨੇ ਨਾ, ਐ ਵੀ ਬੜਾ ਕੁਛ ਹੋਇਆ, ਚਾਹੇ ਕੈਟਾਗਰੀਕਲੀ ਨਹੀਂ ਹੋਇਆ। ਲੋਕ ਤਾਂ ਕਹਿੰਦੇ ਨੇ ਬਾਈਬਲ ਤੋਂ ਲੈ ਕੇ, ਬਰਗਾੜੀ ਤੋਂ ਲੈ ਕੇ, ਵੱਖ-ਵੱਖ ਚੀਜ਼ਾਂ ਹੋਰ ਗੱਲਾਂ ਦੇ ਜਿਹੜੇ ਵੀ, ਜਾਂ ਪੰਥਕ ਪੋਲਿਟਿਕਸ ਤੋਂ ਟਿਲਟ ਹੋ ਕੇ ਦੂਜੇ ਪਾਸੇ ਜਾਣਾ, ਜਾਂ ਥੋੜਾ ਬਹੁਤ ਕਿਸਾਨੀ ਤੋਂ ਇੱਕ ਵਾਰ ਦੂਜੇ ਪਾਸੇ ਸਟੈਂਡ ਲੈ ਲੈਣਾ, ਜਿੰਨੀਆਂ ਵੀ ਫੈਸਲੇ ਉਸ ਲੈਵਲ ਤੇ ਹੋਏ, ਜਾਂ ਫੈਡਰਲ ਸਟਰਕਚਰ ਦੀ ਬੁਨਿਆਦੀ ਡਿਮਾਂਡ ਛੱਡ ਕੇ ਤੁਸੀਂ ਕਈ ਵਾਰ ਉਹ ਨੈਸ਼ਨਲ ਪੋਲਿਟਿਕਸ ਲਈ ਉਹ ਸਰੈਂਡਰ ਕਰ ਦੇਣਾ, ਉਹ ਚੀਜ਼ਾਂ ਗਾਹੇ ਬਗਾਹੇ ਉੱਠਦੀਆਂ ਰਹਿੰਦੀਆਂ ਨੇ। ਕੀ ਇਹੀ ਗੱਲ ਸੀ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜੀ ਇਹ ਕਹੀ ਗਈ? ਦੂਜੀ ਗੱਲ ਇਹ ਸੀ ਕਿ ਉਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਹੋਏ ਸੀ, ਔਰ ਬਕਾਇਦਾ ਇੱਕ ਰਣਨੀਤੀ ਦੇ ਤਹਿਤ ਸ਼ਾਇਦ ਉਹਨਾਂ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੁਲਾਇਆ ਗਿਆ ਕਿ ਤੁਸੀਂ ਆਪਣੀ ਗੱਲ ਉਦੋਂ ਪਹਿਲਾਂ, ਕਿਉਂਕਿ ਇਹ ਕਿਹਾ ਗਿਆ ਸੀ ਜਿਹੜਾ ਸਟੇਟ ਸੈਕਟਰੀ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਜਾਣਾ ਹੈ, ਉਹਨਾਂ ਨੂੰ ਅਸੀਂ ਦੂਜਿਆਂ ਤੋਂ ਪਹਿਲਾਂ ਸਮਾਂ ਦੇਵਾਂਗੇ ਕਿਉਂਕਿ ਉਹਨਾਂ ਦੇ ਆਪਣੇ ਰੁਝੇਵੇਂ ਨੇ ਉਸ ਪੱਧਰ ਦੇ ਉੱਤੇ। ਤੇ ਧਾਮੀ ਸਾਹਿਬ, ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇਹੀ ਗੱਲ ਕੈਟਾਗਰੀਕਲੀ ਬੋਲੀ, ਹੋਰ ਬਹੁਤ ਗੱਲਾਂ ਵੀ ਨਹੀਂ ਬੋਲੀਆਂ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ
ਕੱਦ ਸੀ, ਆ ਸੀ, ਤੇ ਉਹ ਇਹ ਬਹੁਤ ਚਾਹੁੰਦੇ ਸੀ ਆਖਰੀ ਉਮਰ ਤੱਕ ਕਿ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੇ ਮੇਨ ਮਕਸਦਾਂ ਚੋਂ ਇੱਕ ਸੀ। ਅਸੀਂ ਟਰਾਈ ਕੀਤੀ, ਸਾਨੂੰ ਸਮਾਂ ਨਹੀਂ ਮਿਲ ਸਕਿਆ, ਕੇਂਦਰ ਸਰਕਾਰ ਚ ਗ੍ਰਹਿ ਮੰਤਰੀ ਕੋਲ ਵੀ ਜਾਂ ਬਾਕੀ ਵੀ, ਤੇ ਅੱਜ ਅਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਵੀ ਆਏ ਤੇ ਗ੍ਰਹਿ ਮੰਤਰੀ ਆ ਰਹੇ ਨੇ, ਬਾਕੀ ਆ ਰਹੇ ਨੇ। ਉਹਨਾਂ ਦਾ ਸਤਿਕਾਰ ਹੈ ਬਾਦਲ ਸਾਹਿਬ ਦਾ ਉਹਨਾਂ ਦੇ ਮਨਾਂ ਦੇ ਵਿੱਚ। ਜੇ ਸਤਿਕਾਰ ਆ ਤਾਂ ਬਾਦਲ ਸਾਹਿਬ ਦੀ ਉਹ ਇੱਛਾ ਵੀ ਪੂਰੀ ਕਰ ਦੇਣ ਤਾਂ ਬਹੁਤ ਚੰਗੀ ਗੱਲ ਹੋਏਗੀ ਕਿ ਬੰਦੀ ਸਿੰਘਾਂ ਦੀ ਰਿਹਾਈ, ਜਿਨ੍ਹਾਂ ਨੇ 25-27 ਸਾਲ ਪੂਰੇ ਕਰ ਲਏ ਨੇ, ਉਹਨਾਂ ਦੀ ਰਿਹਾਈ ਕਰ ਦਿੱਤੀ ਜਾਵੇ। ਇਹ ਮੰਚ ਨੂੰ ਇਸ ਐਂਗਲ ਤੋਂ ਉਹਨਾਂ ਨੇ ਆਪਣੀ ਤਸਵੀਰ ਦਿੱਤੀ। ਤੇ ਪਰ ਉਦੋਂ ਬਾਅਦ ਜਿਹੜਾ 5-7 ਮਿੰਟ ਅਮਿਤ ਸ਼ਾਹ ਉਹਨਾਂ ਨੇ ਲਾਏ, ਉਹਨਾਂ ਦਾ ਠੰਡਾ ਹੁੰਗਾਰਾ, ਬਿਲਕੁਲ ਹੀ ਉਧਰ ਗੱਲ ਜਾਂ ਕੋਈ ਇਸ਼ਾਰਾ ਮਾਤਰ ਵੀ ਨਾ ਹੋਣਾ, ਇਹ ਆਟੋਮੈਟਿਕਲੀ ਪੋਲਿਟਿਕਸ ਤੇ ਨਿੱਜੀ ਸੰਬੰਧਾਂ ਦੇ ਵਿੱਚ ਬਖਰੇਵਾ ਕਰਦਾ ਕਿ ਇਹ ਗੱਲਾਂ ਕਿੱਧਰ ਜਾਂਦੀਆਂ ਨੇ, ਜਾਂ ਇਹ ਮੰਨਣਯੋਗ ਹੈ, ਜਾਂ ਫਿਊਚਰ ਦੇ ਵਿੱਚ ਕਿੱਧਰ ਜਾਣਗੀਆਂ, ਕਿੱਧਰ ਨਹੀਂ ਜਾਣਗੀਆਂ। ਤੀਜੀ ਗੱਲ, ਮੈਨੂੰ ਇਹ ਲੱਗਦਾ ਕਿ ਉੱਥੇ ਸਭ ਤੋਂ ਪੋਲੀਟੀਕਲ ਗੱਲ, ਜੇਕਰ ਆਪਾਂ ਗੱਲ ਕਰਦੇ ਆ ਨਾ ਪੋਲਿਟਿਕਸ ਦੀ ਗੱਲ, ਪੋਲੀਟੀਕਲ ਆਗੂ ਬਹੁਤ ਆਏ, ਵੱਖ-ਵੱਖ ਸਾਰੀਆਂ ਪਾਰਟੀਆਂ ਦੇ ਆਏ, ਤਾਂ ਜਥੇਦਾਰ ਅਕਾਲ ਤਖਤ ਨੇ ਕੀਤੀ ਪੋਲੀਟੀਕਲ ਗੱਲ ਅਸਲ ਚ ਉੱਥੇ ਸਭ ਤੋਂ ਜ਼ਿਆਦਾ। ਉਹ ਕਹਿੰਦੇ ਨੇ ਦੇਸ਼ ਖੂਬਸੂਰਤ ਤਾਂ ਰਹਿ ਸਕਦਾ ਜੇ ਰਾਜ ਮਜ਼ਬੂਤ ਹੋਣ। ਬਾਦਲ ਸਾਹਿਬ ਇਹ ਸੋਚਦੇ ਹੁੰਦੇ ਸੀ। ਮੇਰੇ ਨਾਲ ਵੀ ਉਹ ਕਹਿੰਦੇ ਇੱਕ ਵਾਰ ਬੜਾ ਪਹਿਲਾਂ ਦੀ ਗੱਲ ਦੱਸਦੇ ਨੇ, ਬੈਠ ਕੇ ਘੰਟਾ ਗੱਲ ਹੋਈ ਉਸ ਕਮਰੇ 'ਚ। ਉਹ ਇਹੀ ਕਹਿੰਦੇ ਹੁੰਦੇ ਸੀ ਵੀ ਦੇਖੋ ਜੀ, ਦੇਸ਼ ਰਾਜਾਂ ਤੋਂ ਬਿਨਾਂ ਮਜ਼ਬੂਤ ਨਹੀਂ ਹੋ ਸਕਦਾ, ਇਹ ਹੋਣਾ ਚਾਹੀਦਾ। ਤੇ ਉਹ ਕਹਿੰਦੇ ਨੇ ਵੀ ਜੇ ਰਾਜਾਂ ਤੋਂ ਬਿਨਾਂ ਦੇਸ਼ ਮਜ਼ਬੂਤ ਨਹੀਂ ਹੁੰਦਾ, ਜਿਹੜਾ ਜਿਹਾ ਅਕਾਲੀ ਦਲ ਕਰਦਾ ਰਿਹਾ ਅੱਗੇ ਤੋਂ ਜਿਹੜੀ ਡਿਮਾਂਡ ਲਗਾਤਾਰ, ਅਕਾਲੀ ਦਲ ਨੂੰ ਉਸੇ ਰਸਤੇ ਤੇ ਉਸੇ ਢੰਗ ਤਰੀਕਿਆਂ ਤੇ ਆਉਣਾ ਚਾਹੀਦਾ ਹੈ ਔਰ ਉਸ ਪਾਸੇ ਨੂੰ ਆਪਣੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਇੱਕ ਤਰ੍ਹਾਂ ਜਥੇਦਾਰ ਸਾਹਿਬ ਨੇ ਉਹਨਾਂ ਦਾ ਰੋਡ ਮੈਪ ਤੈਅ ਕੀਤਾ, ਮਤਲਬ ਪੋਲੀਟੀਕਲੀ ਪ੍ਰਕਾਸ਼ ਸਿੰਘ ਬਾਦਲ ਦੇ ਉਸ ਸਮੇਂ ਦੇ ਵਿੱਚ। ਇੱਕ ਛੋਟਾ ਗੱਲ ਨਾਲ ਇਹਦੇ ਇਹ ਵੀ ਹੈ ਕਿ ਦੋ ਕਮਿਊਨਿਸਟ ਪਾਰਟੀਆਂ ਦੇ ਨੁਮਾਇੰਦੇ ਬੋਲੇ, ਹਰਦੇਵ ਅਰਸੀ ਔਰ ਸੁਖਵਿੰਦਰ ਸਿੰਘ, ਜਿਹੜੇ ਇਹਨਾਂ ਦੇ ਨੇ ਸੀਪੀਐਮ ਵਾਲੇ ਦੇ ਸੈਕਟਰੀ, ਔਰ ਦੋਨਾਂ ਨੇ ਇਹ ਗੱਲ ਕਹੀ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਨਾਲ, ਕਾਮਰੇਡ ਸੁਰਜੀਤ ਦਾ ਵੀ ਸੀ 82 ਤੱਕ, ਉਹ ਕਹਿੰਦੇ ਅਸੀਂ SYL ਦੇ ਮੋਰਚੇ ਤੋਂ ਲੈ ਕੇ ਉਦੋਂ ਪਹਿਲਾਂ ਸਰਕਾਰ ਵੀ ਇਕੱਠੀ ਬਣਾਈਆਂ, ਸਰਕਾਰਾਂ ਸ਼ੁਰੂਆਤੀ ਦੌਰ 'ਚ ਫੇਰ ਬਦਲ ਗਿਆ। ਅੱਜ ਅਰਸੀ ਨੇ ਤਾਂ ਕਲੀਅਰ ਕਿਹਾ ਕਿ ਲੋਕ ਸੁਖਬੀਰ ਸਿੰਘ ਬਾਦਲ ਵੱਲ ਦੇਖਦੇ ਨੇ ਕਿ ਬਾਦਲ ਤੋਂ ਬਿਨਾਂ ਤੁਹਾਡਾ ਅਕਾਲੀ ਦਲ ਤੇ ਤੁਸੀਂ ਰੋਲ ਪਲੇ ਕਰ ਸਕਦੇ ਹੋ, ਬਾਕੀ ਧਿਰਾਂ ਨੂੰ ਵੀ ਇਨਵੋਲਵ ਕਰੋ, ਕਿਉਂਕਿ ਜਿਹੜਾ ਅਕਸ ਵਿਗਾੜਿਆ ਜਾ ਰਿਹਾ ਹੈ। ਉਹਨਾਂ ਨੇ ਵੀ ਇਹ ਕਿਹਾ, CPM ਵਾਲਿਆਂ ਨੇ, ਦੇਸ਼ ਦਾ, ਪੰਜਾਬ ਦਾ ਤੇ ਪੰਥ ਦਾ ਬਾਹਰ, ਇਹਨੂੰ ਚੈਲੰਜ ਕਰਨ ਦੇ ਲਈ ਤੁਸੀਂ ਸੈਂਟਰਲ ਪੁਆਇੰਟ ਬਣ ਕੇ ਤੇ ਇਕੱਠਾ ਕਰੋ ਉਹ ਸਾਰਾ ਕੁਝ ਜਿਹੜਾ ਇਦੋਂ ਪਹਿਲਾਂ ਹੁੰਦਾ ਸੀ 80ਵਿਆਂ ਤੋਂ ਪਹਿਲਾਂ। ਇਹ ਇੱਕ ਸੰਕੇਤ ਵੀ ਜਾਂਦਾ ਵੀ ਇਹਦਾ ਮਤਲਬ ਬਾਕੀ ਛੋਟੀਆਂ ਧਿਰਾਂ ਕਿਸੇ ਇੱਕ ਮੰਚ ਤੇ ਆਉਣ ਲਈ ਵੀ ਤਿਆਰ ਨੇ ਸਾਰੇ ਮਾਮਲਿਆਂ ਦੇ ਵਿੱਚ। ਇਹ ਪੋਲੀਟੀਕਲ ਰੋਲ ਸੀ ਜਿਹੜਾ ਅੱਜ ਦੇ ਮੰਚ ਤੇ, ਅੱਜ ਦੇ ਪਲੇਟਫਾਰਮ ਤੇ ਕਿਸੇ ਨਾ ਕਿਸੇ ਰੂਪ ਚ ਦੇਖਿਆ ਜੀ। ਸਰਦਾਰ ਜਗਤਾਰ ਸਿੰਘ ਜੀ, ਜੇ CPM CPI ਸੇਖੋਂ ਜਾਂ ਅਰਸ਼ੀ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮੌਕੇ ਤੇ ਇੱਕ ਖਾਕਾ ਉਲੀਕ ਕੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਰੱਖ ਰਹੇ ਸੀ, ਤੇ ਸੁਖਬੀਰ ਸਿੰਘ ਬਾਦਲ ਵੀ ਜਦੋਂ ਕੀਰਤਪੁਰ ਸਾਹਿਬ ਤੋਂ ਵਾਪਸ ਜਾਣ ਮੌਕੇ ਤੇ ਇੱਕ ਸੋਸ਼ਲ ਮੀਡੀਆ ਪੋਸਟ ਪਬਲਿਸ਼ ਕਰਦੇ ਆ, ਉਹਦੇ ਵਿੱਚ ਉਹ ਕਹਿ ਰਹੇ ਕਿ ਬੜਾ ਭਾਰੀ ਹੈ ਇਹ ਟਰੈਵਲ ਕਰਨਾ, ਇਹ ਸਫ਼ਰ ਵਾਪਸ ਜਾਣਾ, ਇਹ ਔਖਾ ਪੈਂਦਾ ਹੈ। ਪਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਰਸਾਏ ਮਾਰਗ ਤੇ ਚੱਲੂੰਗਾ। ਮੈਂ ਆਪਣੇ ਆਪ ਨੂੰ ਸੇਵਾ ਲਈ ਤਿਆਰ ਕਰ ਲਿਆ ਤੇ ਹੁਣ ਮੈਂ ਉਹਨਾਂ ਦੀ ਰਾਜਨੀਤੀ ਅੱਗੇ ਵਧਾਊਂਗਾ, ਉਹਨਾਂ ਦੀ ਅਸਲ ਦੇ ਵਿੱਚ। ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਮੌਤ ਤੋਂ ਪਹਿਲਾਂ, ਜਦੋਂ ਹੋਸ਼ੋ ਹਵਾਸ਼ ਵਿੱਚ ਸੀਗੇ ਹਸਪੀਟਲ 'ਚ ਜਾਂ ਹਸਪੀਟਲ ਜਾਣ ਤੋਂ ਪਹਿਲਾਂ, ਕੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਦੇ ਕੁਝ ਨਵੀਆਂ ਚੀਜ਼ਾਂ ਕਹੀਆਂ, ਕੁਝ ਡਿਮਾਂਡ ਕੀਤੀ ਉਹਨਾਂ ਤੋਂ? ਕਿ ਉਹਦੇ 'ਚ ਪਰਿਵਾਰਵਾਦ ਦੇ ਮਾਮਲੇ ਵੀ ਸ਼ਾਮਲ ਸੀ? ਕਿ ਮਨਪ੍ਰੀਤ ਬਾਦਲ ਬਾਰੇ ਵੀ ਕੋਈ ਗੱਲ ਕੀਤੀ? ਕਿ ਵੱਡੇ ਪੰਥਕ ਕੈਨਵਸ ਦੇ ਉੱਤੇ ਕੋਈ ਤਸਵੀਰ ਵੀ ਬਣਾ ਕੇ ਦਿੱਤੀ ਜਿਹੜੀ ਅੱਜ ਉਹ ਮਾਫੀ ਮੰਗ ਰਹੇ ਆ ਕਿ ਇਹਦੇ ਆਧਾਰ ਵਿੱਚ ਕੋਈ ਪੁਰਾਣੀ ਬਾਦਲ ਸਾਹਿਬ ਦੀ ਨਸੀਹਤ ਪਈ ਸੀ? ਤੁਸੀਂ ਇਹਨੂੰ, ਜੋ ਸੀਨ ਨੂੰ ਅੱਜ ਦੇਖਿਆ, ਤੁਸੀਂ ਉਹਨੂੰ ਕਿਵੇਂ ਸਮਝਿਆ? ਸਰਦਾਰ ਬਾਦਲ ਮਾਸ ਲੀਡਰ ਸੀ ਤੇ ਇਹ ਉਹਨਾਂ ਦਾ ਸਭ ਤੋਂ ਜਿਹੜਾ ਮਜ਼ਬੂਤ ਪੱਖ ਹੈ, ਤੇ ਅੱਜ ਉਹਨਾਂ ਦਾ ਇਹ ਪੱਖ ਉਹਨਾਂ ਦੇ ਇਸ ਲਾਸਟ ਫੰਕਸ਼ਨ ਤੇ ਰਿਫਲੈਕਟ ਹੋ ਰਿਹਾ ਸੀ। ਹਜ਼ਾਰਾਂ ਲੋਕ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਪਹੁੰਚੇ ਹੋਏ ਸੀ। ਉਹ ਇੱਕ ਬਹੁਤ ਉਹਨਾਂ ਦਾ ਵਧੀਆ
ਪੱਖ ਹੈ ਬਾਦਲ ਸਾਹਿਬ ਦਾ। ਦੂਜਾ ਪੱਖ ਆ ਜਾਂਦਾ ਹੈ ਕਿ ਉੱਥੇ ਬਹੁਤ ਕੁਝ ਵਾਪਰਿਆ, ਜਿਵੇਂ ਹਮੀਰ ਜੀ ਨੇ ਪਹਿਲਾਂ ਗੱਲ ਕੀਤੀ ਹੈ। ਮੈਂ ਗੱਲ ਸ਼ੁਰੂ ਕਰੂੰਗਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਦੋਂ ਉਹਨਾਂ ਨੇ ਮਾਫੀ ਮੰਗੀ, ਮਾਫੀ ਬਲੈਂਕਟ ਮਾਫੀ ਹੈ, ਉਸ ਵੇਲੇ ਬਹੁਤ ਭਾਵੁਕ ਸੀਗੀ ਉਹ, ਤੇ ਉਹਨਾਂ ਨੇ ਕਿਹਾ ਵੀ ਜਾਣੇ ਅਣਜਾਣੇ ਜਿਹੜੇ ਵੀ ਗਲਤੀਆਂ ਹੋ ਗਈਆਂ, 2 ਵਾਰੀ ਉਹਨਾਂ ਨੇ ਮਾਫੀ ਮੰਗੀ ਹੈ ਕਿ ਮਾਫ ਕਰ ਦਿੱਤਾ ਜਾਵੇ। ਹੁਣ ਮਾਫੀ ਹੈ ਕਾਦੇ ਵਾਸਤੇ? ਅੱਗੇ ਦੂਜੀ ਨਾਲ ਇੰਪੋਰਟੈਂਟ ਗੱਲ ਇਹ ਹੈ, ਉਹ ਵੀ ਉਹਨਾਂ ਨੇ ਨਾਲ ਕੁਆਲੀਫਾਈ ਕਰਤੀ ਕਿ ਮੈਂ ਤਾਂ ਉਮਰ ਇਹ ਸੇਵਾ ਕਰਨੀ ਹੈ, ਪੰਥ ਬਖਸ਼ਣਹਾਰ ਹੈ, ਇਹ ਫੈਸਲਾ ਪੰਥ ਨੇ ਕਰਨਾ ਹੈ ਕਿ ਮਾਫ ਕਰਨਾ ਹੈ ਜਾਂ ਨਹੀਂ ਕਰਨਾ, ਕਿਉਂਕਿ ਇਹ ਇੱਕ ਵੇਗ ਹੈ ਮਾਫੀ। ਪੰਥ ਮਾਫ ਉਦੋਂ ਕਰਦਾ ਹੁੰਦਾ ਹੈ ਜਦੋਂ ਇਤਿਹਾਸ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਕਿ ਜਦੋਂ ਜਿਹੜੀ ਗਲਤੀ ਹੈ ਉਹ ਸਪੈਸੀਫਿਕ ਹੋਵੇ ਵੀ ਤੁਸੀਂ ਕਾਹਦੇ ਵਾਸਤੇ ਮਾਫੀ ਮੰਗ ਰਹੇ ਹੈ। ਟ੍ਰੈਡੀਸ਼ਨ ਅਕਾਲ ਤਖਤ ਤੇ ਵੀ ਇਹ ਹੈ, ਤੁਹਾਨੂੰ ਆਪਣੀ ਕੈਟੇਗੋਰੀਕਲੀ ਮਾਫੀ ਆਪਣੇ ਉੱਥੇ ਗੁਨਾਹ ਕੀ ਹੈ ਉਹ ਸਾਰਾ ਕੁਝ ਸਾਹਮਣੇ ਹੁੰਦਾ। ਉਸ ਤੋਂ ਬਾਅਦ 2 ਮੌਕੇ ਐਸੇ ਆਏ ਸੀ, ਮੈਂ ਸਰਦਾਰ ਬਾਦਲ ਦੇ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ, ਗੱਲ ਮਾਫੀ ਦੀ ਹੋ ਰਹੀ ਹੈ। ਜੇ ਉਦੋਂ ਮਾਫੀ ਮੰਗ ਲਈ ਜਾਂਦੀ ਤੇ ਬਹੁਤ ਕੁਝ ਡੈਮੇਜ ਹੋਣੋਂ ਬਚ ਸਕਦਾ ਸੀ। ਇੱਕ ਸੀਗਾ ਸਨ 2002 ਫਰਵਰੀ ਦੀ ਇਲੈਕਸ਼ਨ ਤੋਂ ਕੁਝ ਹਫ਼ਤੇ ਪਹਿਲਾਂ, ਜਦੋਂ ਗੁਰਚਰਨ ਸਿੰਘ ਟੌਹੜਾ ਔਰ ਸਰਦਾਰ ਬਾਦਲ ਦੀ ਆਪਸ ਯੂਨਿਟੀ ਦੀ ਗੱਲ ਚੱਲ ਰਹੀ ਸੀਗੀ, ਤੇ ਟੌਹੜਾ ਸਾਹਿਬ ਦੀ ਸਿਰਫ ਇੱਕੋ ਸ਼ਰਤ ਸੀ ਵੀ ਤੁਸੀਂ ਅਕਾਲ ਤਖਤ ਤੇ ਮਾਫੀ ਮੰਗ ਲਓ ਜਿਹੜੀ ਤੁਸੀਂ ਵਾਇਲੇਸ਼ਨ ਅਕਾਲ ਤਖਤ ਦੀ ਕੀਤੀ ਹੈ, ਤੇ ਬੜੀ ਇਨੋਕਸ ਜੀ ਮਾਫੀ ਲਿਖੀ ਗਈ ਸੀਗੀ, ਤੇ ਲੇਕਿਨ ਬਾਦਲ ਸਾਹਿਬ ਨਹੀਂ ਮੰਨੇ ਉਹਦਾ ਮੈਂ ਵੀ ਗਵਾਹ। ਫਿਰ ਜਦੋਂ ਇਹਨਾਂ ਦੀ ਇਲੈਕਸ਼ਨ ਤੋਂ ਬਾਅਦ ਫਿਰ ਬਾਦਲ ਸਾਹਿਬ ਆਪਣੇ ਟੌਹੜਾ ਸਾਹਿਬ ਨੇ ਗੱਲ ਕਹੀ ਸੀਗੀ ਵੀ ਹੁਣ ਜਦੋਂ ਬਰਾਬਰੀ ਤੇ ਆ ਗਏ ਫਿਰ ਏਕਤਾ ਕਰਾਂਗੇ। ਸਿਗਨਲ ਬੜਾ ਸਪਾਈਸੀ ਵੀ ਜਦੋਂ ਇਹ ਆਊਟ ਆਫ ਪਾਵਰ ਹੋ ਗਏ ਤੇ ਫਿਰ ਗੱਲ ਕਰਾਂਗੇ, ਜਦੋਂ ਆਊਟ ਆਫ ਪਾਵਰ ਹੋ ਗਏ ਫਿਰ ਉਹੀ ਮਾਫੀ ਅੱਗੇ ਧੁਰੀ ਤੇ ਉਹ ਮੰਗੀ ਗਈ। ਜੇ ਉਹ ਪਹਿਲਾਂ ਮੰਗ ਲੈਂਦੇ ਤੇ ਸ਼ਾਇਦ ਇਹ ਨੌਬਤ ਨਾ ਆਉਂਦੀ। ਸੋ ਉਸ ਤੋਂ ਬਾਅਦ ਇੱਕ ਵਾਰੀ ਇਹ ਫਿਰ ਬਰਗਾੜੀ ਦੇ ਮਾਮਲੇ ਦੇ ਵਿੱਚ ਇਹ ਗੱਲ ਤੁਰੀ ਸੀਗੀ ਕਿ ਹੁਣ ਸਾਨੂੰ ਇਹ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ, ਤੇ ਉਹ ਮਾਫੀ ਲਿਖੀ ਵੀ ਗਈ ਸੌਫਟ, ਤੇ ਉਹ ਕਾਪੀ ਵੀ ਉਹਦੀ ਪਈ ਹੈ। ਉਹਦੇ ਚ ਕੁਝ ਸੱਜਣ ਫਿਰ ਅੜ ਗਏ ਕਿ ਨਹੀਂ, ਆਪਾਂ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ। ਤੀਸਰੀ ਮਾਫੀ ਦੀ ਗੱਲ ਚੱਲੀ ਸੀਗੀ, ਉਸ ਮੀਟਿੰਗ 'ਚ ਬਾਦਲ ਸਾਹਿਬ ਨਹੀਂ ਸੀਗੇ, ਜਲੰਧਰ ਮੀਟਿੰਗ ਸੀਗੀ, ਉੱਥੇ ਕੁਝ ਅਕਾਲੀ ਨੇਤਾ ਬੈਠੇ ਸੀ, ਸੁਖਬੀਰ ਸਿੰਘ ਜੀ ਸੀਗੇ, ਉੱਥੇ ਵੀ ਗੱਲ ਚੱਲੀ। ਉੱਥੇ ਜਿਹੜੀ ਮੇਰੇ ਕੋਲ ਜਾਣਕਾਰੀ ਆਈ, ਬਾਅਦ ਦੇ ਵਿੱਚ ਇਨਫੋਰਮੇਸ਼ਨ ਆਈ, ਕਹਿੰਦੇ ਵੀ ਵਿਕਰਮ ਮਜੀਠੀਆ ਉਹਦੇ ਤਿਆਰ ਸੀਗੇ ਵੀ ਮੰਗ ਲੈਣੀ ਚਾਹੀਦੀ ਹੈ, ਲੇਕਿਨ ਕੁਝ ਹੋਰ ਸੱਜਣਾਂ ਨੇ ਕਿਹਾ ਵੀ ਜੇ ਆਪਾਂ ਮਾਫੀ ਮੰਗ ਲਈ ਤੇ ਫਿਰ ਆਪਾਂ ਗੁਨਾਹਗਾਰ ਸਾਬਤ ਹੋਵਾਂਗੇ। ਇਸ਼ੂ ਬਰਗਾੜੀ ਸੀ। ਹੁਣ ਉੱਥੇ ਹੀ ਗੱਲ ਫਿਰ ਆ ਗਈ ਇਹਨਾਂ ਡੈਮੇਜ ਕਰਾ ਕੇ। ਮੈਂ ਇੱਥੇ ਆ ਰਿਹਾ ਕਿ ਹੁਣ ਨਾਲ ਇੱਕ ਪਾਸੇ ਗੱਲ ਚੱਲ ਰਹੀ ਹੈ ਕਿ ਇੱਕ ਤਾਂ ਗੱਲੀ ਸਿਰਫ ਬਰਗਾੜੀ ਨਹੀਂ, ਪਾਰਟੀ ਇਸ ਵੇਲੇ ਬਿਲਕੁਲ ਥੱਲੇ ਆਈ ਹੋਈ ਹੈ, ਸੀਟਾਂ ਤਾਂ ਚੱਲ ਰਹੀਆਂ ਸੀ, ਤੇ ਗੱਲ ਲਗਾਤਾਰ ਚੱਲੀ। ਜਦੋਂ 14 ਕਮੇਟੀ ਦੀ ਰਿਪੋਰਟ ਆਈ ਹੈ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ, ਇਸ਼ੂ ਵੱਡੇ ਹੈਗੇ ਆ, ਗੱਲ ਸਿਰਫ ਮਾਫੀ ਦੀ ਨਹੀਂ ਹੈ। ਜਦੋਂ ਇਹ ਅੱਜ ਮਾਫੀ ਇਹਨਾਂ ਨੇ ਮੰਗੀ, ਮੈਂ ਇਹਨਾਂ ਦੀ ਤਾਰੀਫ ਕਰਦਾ ਕਿ ਇਹਨਾਂ ਨੇ ਹਿੰਮਤ ਕੀਤੀ ਮਾਫੀ ਮੰਗਣ ਦੀ, ਲੇਕਿਨ ਮਾਫੀ ਫॉर व्हाट? ਜੇ ਪ੍ਰਧਾਨਗੀ ਆਪਣੀ ਸਿਕਿਉਰ ਰੱਖਣ ਵਾਸਤੇ ਮਾਫੀ ਮੰਗਣੀ ਹੈ, ਤੇ ਫਿਰ ਇਹ ਹੁਣ ਫੈਸਲਾ ਫਿਊਚਰ ਨੇ ਕਰਨਾ ਹੈ ਕਿ ਸਾਰੇ ਨੈਰੇਟਿਵ ਨੂੰ ਇਹਨਾਂ ਦੇ ਨੂੰ ਕਿਵੇਂ ਲੈਣਾ ਹੈ। ਪੰਥ ਵੱਲੋਂ ਪੰਥ ਤੋਂ ਪਰਿਵਾਰ ਵਾਸਤੇ ਮਾਫੀ ਮੰਗੀ ਹੈ। ਇਸ ਕੰਟੈਕਸਟ ਦੇ ਵਿੱਚ ਇੱਕ ਗੱਲ ਬਹੁਤ ਇੰਪੋਰਟੈਂਟ ਹੈ, ਜਿੰਨੇ ਵੀ ਸਪੀਕਰ ਬੋਲੇ ਹੈ ਉਹਨਾਂ ਨੇ ਬਾਦਲ ਸਾਹਿਬ ਦਾ ਜਿਹੜਾ ਪੰਥਕ ਐਸਪੈਕਟ ਹੈ ਉਹਦੇ ਬਾਰੇ ਗੱਲ ਨਹੀਂ ਕੀਤੀ ਜੀ। ਕਿਸੇ ਨੇ ਇਹ ਨਹੀਂ ਕਿਹਾ ਵੀ ਉਹ ਪੰਥਕ ਲੀਡਰ ਸੀਗੇ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਉਹਨਾਂ ਦੀ ਲੈਟਰ ਜਿਹੜੀ ਉਹਨਾਂ ਦੀ ਆਪਣੀ ਛਪੀ ਆਰਟੀਕਲ, ਉਹਦੇ ਚ ਨੈਸ਼ਨਲਿਸਟ। ਅੱਜ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ, ਉਹਨਾਂ ਨੇ ਕਿਹਾ ਵੀ ਟਰੂ ਪੈਟਰੀਆਟ, ਦੇਸ਼ ਭਗਤ, ਨੈਸ਼ਨਲਿਸਟ। ਸੁਖਬੀਰ ਸਿੰਘ ਬਾਦਲ ਨੇ ਆਪਣੀ ਸਪੀਚ ਸ਼ੁਰੂ ਹੀ ਉੱਥੋਂ ਕੀਤੀ ਕਿ ਬਾਦਲ ਸਾਹਿਬ ਬਹੁਤ ਵੱਡੇ ਨੈਸ਼ਨਲਿਸਟ ਸੀਗੇ। ਸੋ ਇਹ ਕਈ ਤਰ੍ਹਾਂ ਦੇ ਐਸਪੈਕਟ ਹੈਗੇ। ਇੱਕ ਤਾਂ ਐਸਪੈਕਟ ਇਹ ਹੈ ਕਿ ਫਿਊਚਰ ਅਕਾਲੀ ਦਲ ਦਾ ਅੱਜ ਨਵੇਂ ਸਿਰਿਓਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਲਫ਼ਜ਼ ਰੀਸੈਟ ਵਰਤੂੰਗਾ। ਸੁਖਬੀਰ ਜੀ ਨੇ ਅੱਜ ਇਸ ਮੰਚ ਤੋਂ ਅਕਾਲੀ ਦਲ ਨੂੰ ਰੀਸੈਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਲੋ ਐਫਰਟ ਅੱਛੀ ਹੈ, ਕਾਮਯਾਬ ਹੁੰਦੀ ਹੈ ਕਿ ਨਹੀਂ ਇਹ ਸਮਾਂ ਦੱਸੇਗਾ। ਦੂਸਰਾ ਐਸਪੈਕਟ ਜੀ, ਮੈਂ ਨਾਲ ਹੀ ਹੁਣ ਇਹਦਾ ਕੰਪਲੀਟ ਕਰਦੇ ਹਾਂ ਅੱਜ ਦਾ ਜੀ।
ਐਸਜੀਪੀਸੀ ਦੇ ਪ੍ਰਧਾਨ ਧਾਮੀ ਜੀ ਉਹਨਾਂ ਨੇ ਜਿਸ ਢੰਗ ਨਾਲ ਗੱਲ ਕੀਤੀ ਹੈ, ਸ਼੍ਰੋਮਣੀ ਕਮੇਟੀ ਨੂੰ ਆਪਾਂ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਹਾਂ। ਪਾਰਲੀਮੈਂਟ ਦਾ ਜਿਹੜਾ ਚੀਫ ਹੈ ਉਹ ਇੰਨਾ ਲਾਚਾਰ ਕਿਉਂ ਹੋ ਗਿਆ? ਇਹਦੇ ਪਿੱਛੇ ਸਾਰੀ ਅਕਾਲੀ ਸਿਆਸਤ ਆ ਜਾਂਦੀ ਹੈ ਪਿਛਲੇ 20-23 ਸਾਲ ਦੀ, ਟੌੜਾ ਸਾਹਿਬ ਤੋਂ ਬਾਅਦ ਦੀ। ਇਹ ਸਾਰਾ ਸਮਾਂ ਸਾਰਾ ਇਕੱਠਾ ਹੋਏਗਾ ਜਿਹੜੀ ਅੱਜ ਦੀ ਮਾਫੀਆ ਤੇ ਇਹ ਜੋ ਮੈਂ ਹੁਣ ਗੱਲ ਕਰਨ ਲੱਗਿਆ। ਉਹਨਾਂ ਨੇ ਕਿਹਾ ਵੀ ਅਸੀਂ ਟਾਈਮ ਮੰਗਦੇ ਰਹੇ ਹਾਂ ਅਮਿਤ ਸ਼ਾਹ ਜੀ ਤੋਂ, ਤੇ ਸਾਨੂੰ ਕੋਈ ਜਵਾਬ ਹੀ ਨਹੀਂ ਮਿਲਿਆ। ਬੰਦੇ ਸਿੰਘਾਂ ਦੀ ਗੱਲ ਸੀ, ਕਹਿੰਦੇ ਸੀ ਮੈਮੋਰੰਡਮ ਦੇਣਾ ਸੀ, ਤੇ ਅੱਜ ਦਾ ਇਹ ਮੰਚ ਨਹੀਂ ਸੀ ਇਹ ਗੱਲਾਂ ਕਰਨ ਵਾਸਤੇ। ਲੇਕਿਨ ਉਹਨਾਂ ਨੇ ਪਹਿਲਾਂ, ਮੇਰੇ ਖਿਆਲ ਪਾਰਟੀ ਦਾ ਫੈਸਲਾ ਸੀ ਕਿ ਧਾਮੀ ਜੀ ਇਸ ਮੰਚ ਤੋਂ ਇਹ ਇਸ਼ੂ ਟੇਕ ਅਪ ਕਰਨਗੇ। ਜਿਸ ਤੱਕ ਨਾਲ ਉਹਨਾਂ ਨੇ ਗੱਲ ਕੀਤੀ ਉਹ ਤੋਂ ਰਿਫਲੈਕਟ ਹੁੰਦਾ ਸੀਗਾ ਕਿ ਇਹ ਫੈਸਲਾ ਪਾਰਟੀ ਦਾ ਹੈ। ਇਹ ਪ੍ਰਧਾਨ ਸਿੱਖਾਂ ਦੀ ਪਾਰਲੀਮੈਂਟ ਦਾ ਪ੍ਰਧਾਨ, ਮੈਂ ਰਿਪੀਟ ਕਰ ਰਿਹਾ ਵੀ ਇੰਨਾ ਲਾਚਾਰ ਕਿਉਂ ਹੋ ਗਿਆ? ਕਿਸੇ ਵੇਲੇ ਹੁੰਦਾ ਸੀਗਾ ਕਿ ਟੌੜਾ ਸਾਹਿਬ ਦਾ ਪੀਏ ਸਰਦਾਰ ਅਵਨਾਸ਼ੀ ਸਿੰਘ ਉਹ ਖੁਦ ਹੀ ਫੋਨ ਕਰਦੇ ਸੀ ਦਿੱਲੀ, ਤੇ ਨਾਲ ਹੀ ਜਵਾਬ ਆਉਂਦਾ ਸੀਗਾ ਜੋ ਵੀ ਕਰਨਾ ਹੁੰਦਾ ਸੀ ਇੱਕ ਪੀਏ ਦੇ ਫੋਨ ਤੇ। ਹੁਣ ਤਾਂ ਇਹਨਾਂ ਨੂੰ ਜਿਹੜੇ ਡੀਸੀ ਹੁਣ ਆਪ ਮੈਮੋਰੰਡਮ ਨਹੀਂ ਲੈਂਦੇ, ਇਹ ਕਿਸੇ ਵੇਲੇ ਐਸਜੀਪੀਸੀ ਦੇ ਪ੍ਰਧਾਨ ਦੇ ਘਰ ਸਵੇਰੇ 6 ਵਜੇ ਖੜੇ ਹੁੰਦੇ ਸੀ ਬਾਹਰ ਗੇਟ ਤੇ। ਇਹ ਹੁਣ ਡੀਗ੍ਰੇਡੇਸ਼ਨ ਕਿਉਂ ਆਈ ਹੈ? ਇਹਦੇ ਪਿੱਛੇ, ਇਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ? ਪਿਛਲੇ 30 ਸਾਲ ਤੋਂ ਇਹਨਾਂ ਸੰਸਥਾਵਾਂ ਦੇ ਕੰਟਰੋਲ ਕਿਹਦਾ ਸੀ? ਜਦੋਂ ਮਾਫੀ ਆਪਾਂ ਮੰਗਦੇ ਹਾਂ ਤੇ ਪੂਰੀ ਜਿਹੜੀ ਅਕਾਲੀ ਸਿਆਸਤ ਹੈ ਆਪਾਂ ਉਹਦੀ ਗੱਲ ਕਰਦੇ। ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਪੰਥ ਅਕਾਲੀ ਦਲ ਦੀ ਡਰਾਈਵਿੰਗ ਫੋਰਸ ਹੈ, ਇੰਜਣ ਹੈ। ਜੇ ਤੁਸੀਂ ਪੰਥ ਨੂੰ ਇਗਨੋਰ ਕਰ ਦਿਓਗੇ ਤੇ ਜਿਹੜੀਆਂ ਸਾਰੀਆਂ ਸੰਸਥਾਵਾਂ ਹੈ ਉਹ ਵੀਕ ਹੋ ਜਾਣਗੀਆਂ। ਇਸ ਵੇਲੇ ਅਕਾਲ ਤਖਤ ਵੀ ਵੀਕ ਹੈ, ਐਸਜੀਪੀਸੀ ਵੀ ਵੀਕ ਹੈ। ਉਸ ਸੰਦਰਭ ਦੇ ਵਿੱਚ ਜਦੋਂ ਬੰਦੇ ਸਿੰਘਾਂ ਦੀ ਗੱਲ ਕਰਦੇ ਹਾਂ ਅੱਜ ਆਪਾਂ, ਤੇ ਨਾਲ ਇਹ ਵੀ ਦੱਸਣਾ ਪਏਗਾ ਵੀ ਜਿਹੜੀ ਤੁਹਾਡੀ ਪਿਛਲੀ ਸਿਆਸਤ ਸੀ ਤੇ ਹੁਣ ਬੰਦੇ ਸਿੰਘਾਂ ਦੀ ਜਿਹੜੀ ਮੰਗ ਹੈ, ਇੱਕ ਤੇ ਕੰਟਰਾਡਿਕਟਰੀ ਤਾਂ ਨਹੀਂ, 2018 ਤੱਕ ਇਹ ਕੰਟਰਾਡਿਕਟਰੀ ਸੀ। ਜਦੋਂ 1 ਜੂਨ ਨੂੰ ਮੋਰਚਾ ਲੱਗਦਾ ਹੈ ਬਰਗਾੜੀ ਦਾ, ਧਿਆਨ ਸਿੰਘ ਮਾਂਡੂਰੀ ਲਾਉਂਦੇ ਹੈ, ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਅਕਾਲੀ ਦਲ ਨੇ ਬਠਿੰਡੇ 'ਚ ਕੀਤੀ ਸੀਗੀ ਉਹ ਤੁਸੀਂ ਰੀਪਲੇ ਕਰ ਲਓ ਤੇ ਤੁਹਾਨੂੰ ਕੰਟਰਾਡਿਕਸ਼ਨ ਬੜੀ ਸਾਫ਼ ਨਜ਼ਰ ਆ ਜਾਏਗੀ ਜਿਹੜੀ ਹੁਣ ਬੰਦੇ ਸਿੰਘਾਂ ਦੀ ਰਹੀ ਹੈ। ਕਿਉਂਕਿ ਜਿਨ੍ਹਾਂ ਤੇ ਅਟੈਕ ਕਰ ਰਹੇ ਸੀ ਉਸ ਵੇਲੇ ਅਕਾਲੀ ਦਲ ਨੇ ਕੀਤਾ ਸੀਗਾ, ਉਸੇ ਸਿਆਸਤ ਨਾਲ ਸੰਬੰਧਿਤ ਇਹ ਬੰਦੀ ਹੈਗੀ ਜੀ। ਜੇ 18 ਦੇ ਵਿੱਚ ਉਹ ਸਿਆਸਤ ਗਲਤ ਸੀ, ਹੁਣ ਉਹ ਠੀਕ ਕਿਵੇਂ ਹੈ? ਇਹ ਜਵਾਬ ਸਾਰੇ ਗੱਲ ਬਣਦੇ ਆ। ਲੇਕਿਨ ਇਸ਼ੂ ਅੱਜ ਸਿਰਫ ਇੰਨਾ ਹੈ ਕਿ ਸੁਖਬੀਰ ਜੀ ਨੇ ਬਹੁਤ ਭਾਵੁਕ ਹੋ ਕੇ ਮਾਫੀ ਮੰਗੀ ਹੈ, ਲੇਕਿਨ ਨਾਲ ਇਹ ਵੀ ਕਹਿ ਕੇ ਮੈਂ ਤਾਂ ਉਮਰ ਸੇਵਾ ਕਰਨ ਨੂੰ ਤਿਆਰ ਹੈ। ਪੰਥ ਬਾਦਲ ਸਾਹਿਬ ਦੀ ਸਿਆਸਤ ਅੱਗੇ ਲੈ ਕੇ ਜਿਹੜਾ ਰਾਹ ਉਹਨਾਂ ਨੇ ਦਿਖਾਇਆ ਉਹ ਮੈਂ ਰਾਹ ਅੱਗੇ ਲੈ ਕੇ ਉੱਤੇ ਤੁਰਨਾ ਚਾਹੁੰਦਾ ਜੀ। ਰਾਹ ਦੇ ਬਾਰੇ ਹਾਲੇ ਬਹਿਸ ਹੋਣੀ ਹੈ। ਜਿਹੜੀ ਗੱਲ ਮੈਂ ਪਹਿਲਾਂ ਕੀਤੀ 30 ਸਾਲ ਦੀ ਜਿਹੜੀ ਸਿਆਸਤ ਹੈ ਪਿਛਲੇ ਦੀ, ਉਹ ਤੇ ਖੁੱਲ ਕੇ ਵਿਚਾਰਾ ਹੋਣੀ ਚਾਹੀਦੀ। ਉਹ ਲਾਈਨ ਠੀਕ ਸੀ ਕਿ ਗਲਤ ਸੀਗੀ? ਉਹਦੇ ਚੋਂ ਨੈਸ਼ਨਲਿਸਟ ਲਾਈਨ ਨਿਕਲੀ ਇੱਕ ਪਾਸੇ ਤੇ ਪੰਥ ਉਹਦੇ ਚ ਸਫਰ ਕੀਤਾ ਸਾਰੀ ਗੱਲ ਦੇ ਵਿੱਚ ਆ ਕੇ। ਜੇ ਪੰਥ ਸਫਰ ਕੀਤਾ ਹੈ ਇਸੇ ਕਰਕੇ ਇਹ ਸੰਸਥਾਵਾਂ ਵੀ ਕੋਈ ਨਹੀਂ। ਜੀ ਸਰਦਾਰ ਹਰਮੀਤ ਸਿੰਘ ਜੀ, ਕਿਸੇ ਵੀ ਵਿਅਕਤੀ ਦਾ ਰਾਜਨੀਤਿਕ ਸਫ਼ਰ ਜਦੋਂ ਸ਼ੁਰੂ ਹੁੰਦਾ ਤੇ ਜਦੋਂ ਉਹ ਆਪਣੀ ਨਜ਼ਰ ਤੋਂ ਸਫਲਤਾ ਨਾਲ ਉਹਨੂੰ ਸਮਾਪਤ ਕਰਦਾ ਹੈ, ਉਹਨਾਂ ਦੋਨਾਂ ਪਰਿਸਥਿਤੀਆਂ 'ਚ ਜਿਹੜਾ ਅੰਤਰ ਹੁੰਦਾ, ਸ਼ੁਰੂਆਤ ਵੇਲੇ ਪਹਿਲ ਤਾਜ਼ਗੀ ਕਿਹੋ ਜਿਹੀ ਸੀ ਸਿੱਖੀਜ਼ਮ ਦੀ, ਸਿੱਖੀ ਦੀ, ਜਾਂ ਜਿਹੜੀ ਧਾਰਾ 'ਚੋਂ ਵਹਿੰਦਾ ਵਿਅਕਤੀ, ਉਹ ਪਾਰਟੀ, ਉਹਦਾ ਕਿਰਦਾਰ, ਉਹ ਸਾਰੀਆਂ ਚੀਜ਼ਾਂ ਉਦੋਂ ਕਿਹੋ ਜਿਹੀਆਂ ਸੀ? ਜਦੋਂ ਛੱਡ ਕੇ ਜਾਂਦਾ ਤੇ ਉਹਦਾ ਗ੍ਰਾਫ ਕਿੰਨਾ ਕਿੱਥੇ ਖੜਾ ਹੁੰਦਾ? ਇਹ ਦੋ ਅਹਿਮ ਸਵਾਲ ਆ ਜਿਨ੍ਹਾਂ ਤੇ ਬਹਿਸ ਹੋਣੀ ਅਜੇ ਬਾਕੀ ਹੈ। ਮੌਕੇ ਨਹੀਂ ਹੁੰਦੇ ਨਾ ਤੇ ਗੱਲ ਕਰਨ ਦੀ। ਦੂਜਾ ਸਵਾਲ ਜਿਹੜੇ ਮੈਂ ਤੁਹਾਡੇ ਸਾਹਮਣੇ ਦੋ ਰੱਖਣਾ ਚਾਹੁੰਦਾ ਉਹ ਇਹ ਹੈ ਕਿ ਕੀ ਜੇ ਇਹ ਫੈਸਲਾ ਪਾਰਟੀ ਦਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਹ ਸਵਾਲ ਇਸ ਮੌਕੇ ਤੇ ਦੇਸ਼ ਦੇ ਗ੍ਰਹਿ ਮੰਤਰੀ ਮੂਹਰੇ ਰੱਖਣਗੇ? ਕਿਉਂਕਿ ਪਤਾ ਸੀ ਪਹਿਲਾਂ ਹੀ, ਸਵੇਰ ਦਾ ਕੱਲ ਸ਼ਾਮ ਦਾ ਸ਼ੁਰੂ ਹੋ ਗਿਆ ਸੀ ਕਿ ਅਮਿਤ ਸ਼ਾਹ ਜੀ ਉੱਥੇ ਪਹੁੰਚਣਗੇ। ਕੀ ਜੇਕਰ ਪਹਿਲਾਂ ਕਿਸੇ ਵੀ ਪੱਧਰ ਤੇ ਕੋਈ ਗੱਲ ਨਹੀਂ ਸੀ ਹੋਈ, ਉਹ ਸਵਾਲ ਪਾ ਦੇਣਾ ਜਿਹਦਾ ਜਵਾਬ ਹੀ ਨਾ ਮਿਲਣਾ ਹੋਵੇ, ਕੀ ਸਵਾਲ ਦਾ ਨਰਾਦਰ ਨਹੀਂ ਹੁੰਦਾ? ਸੋ ਕੀ ਇਹ ਪੈਂਤੜਾ, ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਨਜ਼ਰੀਏ ਤੋਂ, ਪ੍ਰਧਾਨ ਦੀ ਅਹਿਮੀਅਤ ਦੇ ਨਜ਼ਰੀਏ ਤੋਂ, ਪੂਰੀ ਸਿੱਖ ਕੌਮ ਦੇ ਨਜ਼ਰੀਏ ਤੋਂ ਇਹ ਮਾਮਲਾ ਗਲਤ ਨਹੀਂ ਪਾਇਆ ਗਿਆ? ਦੂਜੀ ਗੱਲ, ਦੂਜਾ ਸਵਾਲ ਵੀ ਅਹਿਮ ਆ ਕਿ ਕੀ ਸੁਖਬੀਰ ਸਿੰਘ ਬਾਦਲ ਜਦੋਂ ਮਾਫੀ ਮੰਗ ਕੇ ਅੱਗੇ ਵਧਣਾ ਚਾਹ ਰਹੇ ਨੇ ਤੇ ਕੀ ਉਹਨਾਂ ਨੇ ਰਾਜਨੀਤੀ ਆਪਣੀ ਨਿਰਧਾਰਤ ਕਰ ਲਈ ਹੈ ਕਿ ਜਿਹੜੀ ਰਾਜਨੀਤੀ ਦੇ ਦੋਸ਼ ਲੱਗਦੇ ਰਹੇ ਨੇ,
ਕੀ ਉਹਨਾਂ ਤੋਂ ਕਿਨਾਰਾ ਕਰਕੇ ਅੱਗੇ ਤੁਰਿਆ ਜਾਊਗਾ? ਘਾਟਾਂ, ਖਾਮੀਆਂ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਸੇ ਰੱਖਤੀਆਂ ਜਾਣਗੀਆਂ? ਇਹ ਸਵਾਲ ਕਾਫੀ ਅਹਿਮ ਨੇ। ਕਿ ਸੁਖਬੀਰ ਸਿੰਘ ਬਾਦਲ ਉਸ ਕਮਿਟਮੈਂਟ ਜਿਹੜੀ ਉਹ ਸੰਗਤ ਦੇ ਸਾਹਮਣੇ ਕਰਕੇ ਆਏ ਕਿ ਬਾਦਲ ਸਾਹਿਬ, ਉਹ ਬਹੁਤ ਬਾਦਲ ਸਾਹਿਬ ਦੀ ਰਾਜਨੀਤੀ ਕੁਝ ਇਸ ਤਰ੍ਹਾਂ ਦੀ ਵੀ ਸੀਗੀ ਕਿ ਉਹ ਕਿਸੇ ਤੇ ਚੜੋ ਖੱਤੀ ਨਹੀਂ ਸੀ ਕਰਦੇ, ਹਮਲਾਵਰ ਨਹੀਂ ਸੀ ਹੁੰਦੇ, ਸਹਿਜ ਬੜੇ ਸੀ, ਢਿੱਡ 'ਚ ਗੱਲ ਬੜੀ ਰੱਖ ਲੈਂਦੇ ਸੀ। ਕੀ ਸੁਖਬੀਰ ਸਿੰਘ ਬਾਦਲ ਨੇ ਇਹ ਸਾਰੀਆਂ ਚੀਜ਼ਾਂ ਨਾਲ ਅੱਗੇ ਤੁਰਨਾ ਜਾਂ ਆਪਣੇ ਸੁਭਾਅ ਨਾਲ ਅੱਗੇ ਤੁਰਨਾ, ਸਹਿਜਤਾ ਤੇ ਬਾਕੀ ਚੀਜ਼ਾਂ? ਮੈਨੂੰ ਇਹ ਲੱਗਦਾ ਕਿ ਜਿਹੜਾ ਸਵਾਲ ਹੈਗਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜਾਂ ਧਾਮੀ ਉਹਨਾਂ ਦਾ ਪਹਿਲਾਂ ਉੱਥੇ ਰੱਖਣਾ, ਉਹ ਇੰਡੀਵਿਜੂਅਲ ਡਿਸੀਜਨ ਨਹੀਂ ਹੋ ਸਕਦਾ ਕਿਸੇ ਵੀ ਰੂਪ ਦੇ ਵਿੱਚ। ਸਭ ਤੋਂ ਪਹਿਲੀ ਗੱਲ ਤਾਂ ਇਹ ਬੋਲੇ ਉਹ ਟਾਈਮ ਉਹ ਦੇਣਾ ਜਦੋਂ ਉਹ ਕਹਿ ਰਹੇ, ਜੇ ਇੱਕ ਹਾਇਰਾਰਕੀ ਹੁੰਦੀ ਹੈ, ਜਾਂ ਤਾਂ ਤੁਸੀਂ ਸਾਰੇ ਸਭ ਤੋਂ ਸੀਨੀਅਰ ਬੰਦੇ ਨੂੰ ਸਭ ਤੋਂ ਲਾਸਟ 'ਚ ਬੁਲਾਉਂਦੇ ਹੋ, ਜਾਂ ਸੈਮੀਨਾਰਾਂ 'ਚ ਹੁੰਦਾ ਕਿਸੇ ਨੇ ਕੀ ਨੋਟ ਐਡਰੈਸ ਪੜ੍ਹਨਾ ਹੁੰਦਾ ਉਹਨੂੰ ਤੁਸੀਂ ਪਹਿਲਾਂ ਬੁਲਾ ਦਿੰਦੇ ਹੋ ਤੇ ਬਹਿਸ ਕਰਾਉਂਦੇ ਹੋ। ਕੋਈ ਤਰਤੀਬ ਤਾਂ ਹੁੰਦੀ ਹੈ ਨਾ ਜਦੋਂ ਤੁਸੀਂ ਰੱਖਦੇ ਹੋ। ਜਦੋਂ ਤਰਤੀਬ ਤੋੜਦੇ ਹੋ ਤਾਂ ਉਹ ਤਰਤੀਬ ਦਾ ਕੋਈ ਮਤਲਬ ਹੁੰਦਾ ਹੈ, ਕੋਈ ਫੈਸਲਾ ਹੋਇਆ ਹੋਣਾ ਬੈਠ ਕੇ, ਤੇ ਜਿਹਦੇ 'ਚ ਇਹ ਹੋਏਗਾ ਕਿ ਇਹ ਮੁੱਦਾ ਉਠਾਇਆ ਜਾਣਾ। ਔਰ ਇਸੇ 'ਚ ਇਹ ਲਾਚਾਰੀ ਹੈ ਕਿ ਇਹ ਮੁੱਦਾ ਹੋਰ ਕਿਤੇ ਤੁਹਾਡੀ ਕੋਈ ਸੁਣਦਾ ਨਹੀਂ ਹੈ, ਜਿਹਦੇ 'ਚੋਂ ਨਜ਼ਰ ਆਇਆ ਵੀ ਉਦੋਂ ਆਉਣਗੇ ਉਦੋਂ ਉਠਾ ਦਿਓ, ਤਾਂ ਕਿ ਇੱਕ ਤਾਂ ਇਹ ਲੱਗੇ ਕਿ ਬਾਦਲ ਸਾਹਿਬ ਨਾਲ ਜੋੜ ਕੇ ਉਠਾ ਦਿਓ ਕਿ ਉਹਨਾਂ ਦੀ ਇਹ ਇੱਛਾ ਸੀਗੀ। ਸ਼ਾਇਦ ਰਹਿਮ ਹੀ ਪੈ ਜੇ ਕਿਸੇ ਦੇ ਦਿਮਾਗ 'ਚ ਕਿ ਉਹਨਾਂ ਦੀ ਇਹ ਇੱਛਾ ਸੀ, ਇਸ ਤਰੀਕੇ ਦੇ ਨਾਲ ਇਹ ਗੱਲ ਹੋ ਜੇ। ਪਰ ਮੈਨੂੰ ਇਹ ਲੱਗਦਾ ਵੀ ਸਰਕਾਰਾਂ ਦੇ ਫੈਸਲੇ ਨਾ ਇਹਨਾਂ ਨਿੱਜੀ ਹੈਸੀਅਤਾਂ 'ਚ ਨਹੀਂ ਹੁੰਦੇ ਬਹੁਤ ਵੱਡੇ, ਜਿਹੜੇ ਸਾਡੇ ਸੈਟਅਪ ਦੇ ਵਿੱਚ ਕਿਹਾ ਜਾਂਦਾ ਹੁੰਦਾ ਵੀ ਐਵੇਂ ਹੋ ਗਿਆ ਐਵੇਂ ਹੋ ਗਿਆ। ਜਿਵੇਂ ਲੋਕ ਕਹਿੰਦੇ ਸੀ ਵੀ ਸ਼ਾਇਦ ਕਰਤਾਰਪੁਰ ਸਾਹਿਬ ਕੋਰੀਡੋਰ ਕੱਲਾ ਇਸ ਕਰਕੇ ਖੁੱਲ ਗਿਆ ਕਿ ਇਮਰਾਨ ਖਾਨ ਸੀ ਜੀ ਤੇ ਜਨਰਲ ਬਾਜਵਾ ਦੀ ਸਿੱਧੂ ਨਾਲ ਜੱਫੀ ਪੈ ਗਈ। ਇਹ ਠੀਕ ਹੈ ਕਿ ਉਹਨੂੰ ਦੱਸਤਾ ਵੀ ਅਸੀਂ ਆ ਖੋਲ ਰਹੇ ਹਾਂ, ਪਰ ਸਰਕਾਰਾਂ ਦੇ ਫੈਸਲੇ ਐ ਥੋੜੀ ਹੁੰਦੇ ਨੇ ਜੱਫੀਆਂ ਪੈਣ ਨਾਲ ਜਾਂ ਕਿਸੇ ਨੇ ਉੱਥੇ ਬੋਲਤਾ ਉਸ ਤਰੀਕੇ ਦੇ ਨਾਲ ਹੁੰਦੇ ਨੇ। ਹਾਂ, ਜੇ ਪਹਿਲਾਂ ਹੋਮਵਰਕ ਹੋਇਆ ਹੁੰਦਾ, ਪਹਿਲਾਂ ਹੋਮ ਮਿਨਿਸਟਰ ਨਾਲ ਗੱਲ ਹੋਈ ਹੁੰਦੀ ਕਿ ਤੁਸੀਂ ਉੱਥੇ ਆ ਕੇ ਕੁਝ ਕਹਿ ਵੀ ਸਕਦੇ ਹੋ ਜੇਕਰ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਬਾਕੀ ਚੀਜ਼ਾਂ ਨੇ, ਉਹ ਤਾਂ ਆਪੇ ਕਹਿ ਰਹੇ ਨੇ ਕਿ ਹੋਮਵਰਕ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਤੁਸੀਂ ਟਾਈਮ ਹੀ ਨਹੀਂ ਦਿੱਤਾ ਸਾਨੂੰ, ਕਦੇ ਟਾਈਮ ਮਿਲਿਆ ਹੀ ਨਹੀਂ। ਟਾਈਮ ਤਾਂ ਮਿਲਦਾ ਕਿ ਜੇਕਰ ਆਪਸ ਚ ਗੱਲ ਹੁੰਦੀ, ਟਾਈਮ ਮਿਲਦਾ ਤਾਂ ਇਹ ਗੱਲ ਅੱਗੇ ਵੱਧਣੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਇੱਕ ਤਾਂ ਇਹ ਗੱਲ ਕਲੀਅਰ ਹੈ ਕਿ ਇਹ ਪਾਰਟੀ ਦਾ ਫੈਸਲਾ ਹੋਏਗਾ, ਔਰ ਪਾਰਟੀ ਦੇ ਫੈਸਲੇ 'ਚ ਧਾਮੀ ਸਾਹਿਬ ਇੱਕ ਕੋਰ ਕਮੇਟੀ ਦੇ ਇੱਕ ਮੈਂਬਰ ਨੇ, ਬਿਨਾਂ ਸੁਖਬੀਰ ਬਾਦਲ ਤੇ ਬਾਕੀ ਮੇਨ ਬੰਦਿਆਂ ਤੋਂ ਬਿਨਾਂ ਨਹੀਂ ਇਹ ਸੰਭਵ ਹੈ। ਔਰ ਡਾਕਟਰ ਦਲਜੀਤ ਚੀਮਾ ਨੇ ਜਿਸ ਸੀਕੁਐਂਸ 'ਚ ਬੁਲਾਇਆ, ਉਹ ਤਾਂ ਵੈਸੇ ਹੀ ਇੱਧਰ ਉੱਧਰ ਨਹੀਂ ਜਾ ਸਕਦੇ ਨਾ, ਗੱਲਾਂ ਦਾ ਬਹੁਤ ਖਿਆਲ ਰੱਖਦੇ ਨੇ ਪ੍ਰਧਾਨ ਜੀ ਦੇ ਇਸ਼ਾਰੇ ਦਾ। ਔਰ ਈਵਨ ਬੁਲਾਰਿਆਂ ਦੀ ਤਰਤੀਬ ਸਾਰਾ ਕੁਝ ਹੀ ਬੈਠ ਕੇ ਤੈਅ ਹੋਇਆ ਹੋਣਾ ਕਿ ਕੀ ਤਰਤੀਬ ਦੇਣੀ ਹੈ, ਕਿਹਨੂੰ ਕਦੋਂ ਬੁਲਾਉਣਾ ਹੈ, ਕਿਹਨੂੰ ਕਦੋਂ ਕਿਹਤੋਂ ਮਾਫੀ ਮੰਗਣੀ ਹੈ। ਇਹ ਸਾਰਾ ਕੁਝ ਨਾਰਮਲੀ ਹੁੰਦਾ, ਛੋਟੇ ਫੰਕਸ਼ਨਾਂ 'ਚ ਹੁੰਦਾ, ਤਾਂ ਐਡੇ ਫੰਕਸ਼ਨ 'ਚ ਤਾਂ ਲਾਜ਼ਮੀ ਹੈ ਕਿਉਂਕਿ ਹੋਇਆ ਹੀ ਹੋਣਾ। ਦੂਜੀ ਗੱਲ, ਜਿਹੜੀ ਗੱਲ ਇਹ ਹੈ ਕਿ ਇਹ ਕੁਐਸਚਨ ਉਹਨਾਂ ਨੂੰ ਇਹ ਲੱਗਿਆ ਹੋ ਕਿ ਮੈਂ ਪੁੱਛ ਕੇ ਨਹੀਂ, ਵੈਸੇ ਤਾਂ ਸੁਪਰੀਮ ਕੋਰਟ ਦੀ ਜੱਜਮੈਂਟ ਤੋਂ ਬਾਅਦ, ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ ਉਹਨਾਂ ਦੇ ਨੋਟਿਸ 'ਚ ਹੋਣਾ, ਕਿਉਂਕਿ 2-3 ਦਿਨ ਦੀ ਗੱਲ ਚੱਲਦੀ ਹੈ। ਸ਼੍ਰੋਮਣੀ ਕਮੇਟੀ ਇਹ ਲਗਾਤਾਰ ਕਹਿ ਰਹੀ ਹੈ ਕਿ ਦੁਬਾਰਾ ਕੇਂਦਰ ਸਰਕਾਰ ਨੂੰ ਰਾਜੋਆਣੇ ਬਾਰੇ ਵੀ ਦੁਬਾਰਾ ਫੈਸਲਾ ਤੁਰੰਤ ਕਰਨਾ ਚਾਹੀਦਾ ਹੈ। 25 ਲੱਖ ਸਿਗਨੇਚਰ ਅਸੀਂ ਕੇਵਲ ਬਾਦਲ ਦੇ ਮਾਮਲੇ ਕਰਕੇ ਟਾਲ ਦਿੱਤੇ ਗਏ ਨੇ, ਅਸੀਂ ਜਾਣਾ ਸੀ ਇਹਨਾਂ ਨੂੰ ਕਿਤੇ ਦੇ ਕੇ ਆਉਣੇ ਸੀ। ਔਰ ਇਸੇ ਢੰਗ ਨਾਲ ਬਾਕੀ ਦੀਆਂ ਜਿਹੜੀਆਂ ਜਿੰਨੀਆਂ ਗੱਲਾਂ ਨੇ ਉਹ ਸਾਰੀਆਂ ਗੱਲਾਂ ਆਲਰੇਡੀ ਚੱਲ ਰਹੀਆਂ ਡਿਬੇਟ ਤੇ। ਉਹ ਐਵੇਂ ਨਹੀਂ ਹੈ ਕਿ ਉਹ ਹਾਈਪੋਥੈਟਿਕਲੀ ਤੁਰੰਤ ਆ ਗਿਆ, ਹੈ ਤਾਂ ਕੰਟੀਨਿਊ ਸਵਾਲ ਹੈ। ਪਰ ਇਹੋ ਜਿਹੇ ਵੱਡੇ ਸਵਾਲ ਇਹੋ ਜਿਹੇ ਮੌਕੇ ਦੇ ਮੰਚਾਂ ਤੋਂ ਨਾਰਮਲੀ ਉਦੋਂ ਉਠਾਏ ਜਾਂਦੇ ਨੇ ਜਦੋਂ ਪਰਦੇ ਦੇ ਪਿੱਛੇ ਕਾਫੀ ਗੱਲ ਨਿਪਟ ਗਈ ਹੁੰਦੀ ਹੈ, ਤੇ ਤਾਂ ਕਿ ਉਹਦਾ ਕੋਈ ਸਾਰਥਕ ਹੱਲ ਕਿਸੇ ਨਾ ਕਿਸੇ ਢੰਗ ਨਾਲ ਸਾਹਮਣੇ ਆਵੇ। ਤੇ ਜਿਹੜਾ ਇਹਦਾ ਕੁਐਸਚਨ ਹੁਣ ਬਾਕੀ ਹੈ ਫਿਊਚਰ ਪੋਲਿਟਿਕਸ ਦਾ, ਫਿਊਚਰ ਪੋਲਿਟਿਕਸ ਦੇ ਵਿੱਚ ਮੈਨੂੰ ਲੱਗਦਾ ਕਿ ਬੀਜੇਪੀ ਦੀ ਰਣਨੀਤੀ ਇਹ ਹੈ ਕਿ ਉਹ ਵੱਡੇ ਭਾਈ ਦੇ ਰੋਲ ਦੇ ਵਿੱਚ ਪੰਜਾਬ 'ਚ ਵਿਚਰਨਾ ਚਾਹੁੰਦੀ ਹੈ ਹੁਣ, ਤੇ ਉਹ ਸਮਾਲ ਛੋਟੇ ਪਾਰਟਨਰ ਦੇ ਤੌਰ ਤੇ ਪੁਰਾਣੀਆਂ ਟਰਮ ਤੇ ਅਕਾਲੀ ਦਲ ਦੇ ਰੂਪ ਦੇ ਵਿੱਚ ਨਹੀਂ ਵਿਚਰਨਾ ਚਾਹੁੰਦੀ। ਇਸੇ ਕਰਕੇ ਛੋਟੇ ਛੋਟੇ ਸਪਲਿੰਟਰ ਗਰੁੱਪਾਂ ਨੂੰ ਉਹ ਨਾਲ ਲੈ ਕੇ ਉਹਨਾਂ ਦੇ ਘਰ ਜਾ ਕੇ ਜਾਂ ਢੀਂਡਸਾ ਸਾਹਿਬ ਦੇ ਜਾਂ ਕਿਸੇ ਦੇ, ਹੁਣ ਕੋਈ ਗਰੁੱਪ ਇਹੋ ਜਿਹਾ ਹੈ ਹੀ ਨਹੀਂ ਹਜੇ ਜੇ ਇਹ ਮੈਸੇਜ ਨੂੰ ਅਕਾਲੀ ਦਲ ਕਲੀਅਰ ਕੱਟ ਮੈਸੇਜ ਸਮਝੇ, ਜਥੇਦਾਰ ਅਕਾਲ ਤਖਤ ਵਾਲੇ ਮੈਸੇਜ ਨੂੰ ਕਲੀਅਰ ਕੱਟ ਮੈਸੇਜ ਸਮਝੇ, ਸੀਪੀਆਈ ਸੀਪੀਐਮ ਵਾਲੀ ਗੱਲ ਨੂੰ ਕਲੀਅਰ ਕੱਟ ਮੈਸੇਜ ਸਮਝੇ, ਤਾਂ ਇੱਕ ਰੀਜਨਲ ਪਾਰਟੀ ਦਾ ਰੋਲ ਜਿਹੜਾ ਫੈਡਰਲ ਸਟਰਕਚਰ ਨੂੰ ਲੈ ਕੇ ਲਗਾਤਾਰ ਰਿਹਾ ਹੈ, ਤਾਂ ਉਹ ਮੈਸੇਜ ਹੋਊਗਾ ਫਿਰ ਫਿਊਚਰ ਪੋਲਿਟਿਕਸ ਦਾ ਅਕਾਲੀ ਦਲ ਦਾ, ਜਾਂ ਪਿੱਛ ਲੱਗ ਕੇ ਉਹ ਪੋਲਿਟਿਕਸ ਛੱਡ ਕੇ ਜਿਹੜੀ ਕਿ ਬਾਦਲ ਸਾਹਿਬ ਵੀ ਆਪਣੇ ਜਿਉਂਦੇ ਜੀ ਛੱਡ ਗਿਆ ਅਸਲ ਦੇ ਵਿੱਚ। ਕੀ ਸੁਖਬੀਰ ਸਿੰਘ ਬਾਦਲ ਦੂਜਾ ਜਿਹੜਾ ਪਹਿਲੂ ਸੀ, ਉਸੇ ਸਵਾਲ ਦਾ ਦੂਜਾ ਪਾਰਟ ਅਜੇ ਰਹਿੰਦਾ ਸੀਗਾ, ਪ੍ਰਕਾਸ਼ ਸਿੰਘ ਬਾਦਲ ਵਰਗੇ ਸੰਜਮੀ ਬਣਨਾ, ਟਾਈਮ ਤੇ ਜਾਣਾ, ਵਿਰੋਧੀਆਂ ਨਾਲ ਵੀ ਚੰਗਾ ਟਰੀਟ ਕਰਨਾ, ਬਦਲਾ ਨਾ ਲੈਣਾ, ਕੱਲਾ ਇੰਨਾ ਕੁਐਸਚਨ ਹੈ? ਪੰਜਾਬ ਦੀ ਪੋਲਿਟਿਕਸ ਇੰਨੀ ਡਿਮਾਂਡ ਕਰਦੀ ਹੈ? ਜਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇੰਨੀ ਡਿਮਾਂਡ ਕੀਤੀ ਸੀ? ਨਹੀਂ,
ਪ੍ਰਕਾਸ਼ ਸਿੰਘ ਬਾਦਲ ਹੋਣੀ 5 ਸਾਲ 5 ਵਾਰ ਦੇ ਚੀਫ ਮਿਨਿਸਟਰ ਨੇ, ਤੇ ਜਿੰਨਾ ਜਿੱਥੇ ਅੱਜ ਪੰਜਾਬ ਖੜਾ ਹੈ, ਜੇ ਉਹਨਾਂ ਦੇ ਖਾਤੇ ਚੰਗੀ ਚੀਜ਼ ਹੈ ਤਾਂ ਸਾਰੀਆਂ ਮਾੜੀਆਂ ਦਾ ਵੀ ਉਨਾ ਹੀ ਹਿੱਸਾ ਉਹਨਾਂ ਦੇ ਖਾਤੇ ਜਾਂਦਾ ਹੋਏਗਾ ਨਾ ਪੋਲੀਟੀਕਲ। ਬਿਲਕੁਲ, ਕੱਲਾ ਐ ਤਾਂ ਨਹੀਂ ਹੁੰਦਾ ਕਿ ਤੁਸੀਂ ਕੱਲੀ ਪੋਜ਼ਿਟਿਵ ਤੁਹਾਡੇ ਜਾਂਦੀ ਹੈ, ਜੇ ਨੈਗੇਟਿਵ ਤੁਹਾਡੇ ਕਿਤੇ ਨਹੀਂ ਜਾਏਗੀ। ਪੰਜਾਬ ਦਾ ਪਾਣੀ ਮੁੱਕ ਚੱਲਿਆ ਹੈ, ਪੰਜਾਬ ਦੀ ਆਬੋ ਹਵਾ ਖਰਾਬ ਹੋ ਗਈ ਹੈ, ਪੰਜਾਬ ਦੇ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਨੇ ਕਰਜ਼ੇ ਦੇ ਬੋਝ ਹੇਠ, ਪੰਜਾਬ ਡਰੱਗ ਦੀ ਲਪੇਟ ਦੇ ਵਿੱਚ ਹੈ ਬੁਰੀ ਤਰ੍ਹਾਂ, ਪੰਜਾਬ ਉਜੜ ਰਿਹਾ ਹੈ, ਪੰਜਾਬ ਦਾ ਕੱਲਾ ਕੱਲਾ ਬੱਚਾ ਆਈਡੈਂਟਸ ਕਰਕੇ ਬਾਹਰ ਭੱਜ ਰਿਹਾ ਹੈ, ਡੁੱਬਦੇ ਸਿਪ ਚੋਂ ਜਿਵੇਂ ਸਾਲ ਮਾਰਨੀ ਹੁੰਦੀ ਹੈ, ਉਹ ਮਾਹੌਲ ਜੇ ਪੰਜਾਬ ਦਾ ਅੱਜ ਤੱਕ ਬਣਿਆ ਹੋਇਆ ਹੈ, ਤਾਂ ਕੀ ਉਹ ਪੋਲਿਟਿਕਸ ਪਾਰ ਲਾਏਗੀ ਜਾਂ ਪੋਲਿਟਿਕਸ ਵੀ ਚੇਂਜ ਕਰਨੀ ਪਏਗੀ? ਜਾਂ ਉਹ ਪੋਲਿਟਿਕਸ ਜਿਹੜੀ ਅਕਾਲੀ ਦਲ ਜਦੋਂ ਪੰਜਾਬ ਦੀ ਫ੍ਰੈਗਰੈਂਸ ਆਫ ਸੋਇਲ, ਜਿਹਨੂੰ ਮਿੱਟੀ ਦੀ ਖੁਸ਼ਬੂ ਕਹਿੰਦੇ ਆ, ਜਿਹਦੇ ਚ ਉਹ ਕਲਚਰ ਬਿਲਡ ਹੁੰਦਾ, ਉਹ ਸੱਭਿਆਚਾਰ ਬਿਲਡ ਹੁੰਦਾ, ਉਹਦੇ ਚ ਟਰਨਿੰਗ ਪੁਆਇੰਟ ਕਿੱਥੇ ਆਇਆ? ਅਸਲ ਦੇ ਵਿੱਚ ਸਭ ਤੋਂ ਵੱਡਾ ਕੁਐਸਚਨ ਇਹ ਹੈ। ਟਰਨਿੰਗ ਪੁਆਇੰਟ ਇਹ ਹੈ ਕਿ ਜਦੋਂ ਤੱਕ ਮਿਲੀਟੈਂਟ ਮੂਵਮੈਂਟ ਪੰਜਾਬ ਚ ਚੱਲਦੀ ਸੀ, ਉਦੋਂ ਤੱਕ ਅਕਾਲੀ ਦਲ ਦੇ ਸਭ ਲੀਡਰਾਂ ਤੋਂ ਲੈ ਕੇ ਸਮੇਤ ਪ੍ਰਕਾਸ਼ ਸਿੰਘ ਬਾਦਲ ਇੱਕ ਲੈਵਲ ਦੇ ਇੱਕ ਪੇਜ ਤੇ ਦਿਖਾਈ ਦਿੰਦੇ ਸੀ, ਚਾਹੇ ਉਹ ਖਾੜਕੂਆਂ ਦੇ ਨਾਲ ਉਹਨਾਂ ਸਹਿਮਤ ਨਹੀਂ ਸੀ, ਭੋਗਾ ਤੇ ਉਹ ਵੀ ਜਾਂਦੇ ਸੀ, ਬੁੱਤਰ ਸੁਖਾਲੀ ਨੂੰ ਦਿੱਤਾ ਗਿਆ ਮੰਗ ਪੱਤਰ ਤੇ ਉਹਨਾਂ ਦੇ ਵੀ ਦਸਖਤ ਸੀ, ਜਿਹੜਾ ਕਿ ਕਨਫੈਡਰਲ ਇੰਡੀਆ ਦੀ ਗੱਲ ਕਰਦਾ ਉਸ ਪੱਧਰ ਦੇ ਉੱਤੇ, ਫੈਡਰਲ ਤੋਂ ਵੀ ਕਿਤੇ ਅੱਗੇ ਜਾ ਕੇ। ਔਰ ਉਦੋਂ ਬਾਅਦ ਹੋਇਆ ਕੀ ਹੈ? ਉਦੋਂ ਬਾਅਦ 97 ਆਉਂਦੇ ਤੁਸੀਂ ਇਸ ਮੂਵਮੈਂਟ ਦੀ ਲੈਗੇਸੀ ਟੋਟਲੀ ਛੱਡ ਕੇ ਦੇਸ਼ ਭਗਤੀ ਵਾਲੀ ਸਾਈਡ ਲੈਂਦੇ ਹੋ। ਇਸ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਸਾਡੇ ਝੂਠੇ ਪੁਲਿਸ ਮੁਕਾਬਲੇ ਹੋਏ, ਸਾਡੀ ਅਕਾਲੀ ਦਲ ਦਾ ਮੋਰਚਾ ਸੀ, ਉਹਨੂੰ ਕੇਂਦਰ ਨੇ ਭਟਕਾਇਆ, ਸਾਡੇ ਚ ਫੁੱਟ ਪਾ ਕੇ ਕੇਂਦਰ ਨੇ ਆਪਣੀਆਂ ਰੋਟੀਆਂ ਖਿੱਚ ਸੇਕੀਆਂ ਤੇ ਕੇਂਦਰ ਦੀ ਸਰਕਾਰ ਬਣਾਈ। ਇਹ ਇੱਕ ਵਰਤਾਂਤ ਹੈ। ਉਦੋਂ ਬਾਅਦ ਤੁਸੀਂ ਕਹਿਣ ਲੱਗੇ ਹੋ ਅਸੀਂ ਤੁਹਾਡੀ ਲੜਾਈ ਲੜੀ ਹੈ ਦੇਸ਼ ਦੀ, ਅਸੀਂ ਪਾਕਿਸਤਾਨ ਦੀਆਂ ਏਜੰਸੀਆਂ ਦੇ ਖਿਲਾਫ ਤੁਹਾਡੀ ਲੜੀ, ਇਸ ਲਈ ਸਾਡਾ ਕਰਜ਼ਾ ਮਾਫ ਕਰ ਦਿਓ। ਤੁਸੀਂ ਟੋਟਲ ਮੂਵਮੈਂਟ ਦੀ ਲੈਗੇਸੀ ਤੋਂ ਛੁਟਕਾਰਾ ਪਾ ਕੇ ਸੁੱਟ ਕੇ ਅੱਗੇ ਪੋਲਿਟਿਕਸ ਕਰਨਾ ਚਾਹੁੰਦੇ ਹੋ ਪੰਜਾਬ 'ਚ। ਇਹ ਨਹੀਂ ਹੋ ਸਕਦੀ ਪੰਜਾਬ ਦੀ ਪੋਲਿਟਿਕਸ ਨਾ। ਜਿਹੜਾ ਚਾਹੇ ਉਹ ਮਾੜਾ ਹੋਇਆ ਚਾਹੇ ਉਹ ਚੰਗਾ ਹੋਇਆ, ਉਹਦੀ ਜ਼ਿੰਮੇਵਾਰੀ ਵੀ ਲੈਣੀ ਪਏਗੀ ਤੁਹਾਨੂੰ ਨਾਲ ਦੀ ਨਾਲ। ਤੁਸੀਂ ਉਹਨੂੰ ਕਹਿ ਦਿਓ ਕਿ ਉਹ ਗਲਤ ਹੋਇਆ ਜਾਂ ਠੀਕ ਹੋਇਆ, ਉਹਦੇ ਤੇ ਡਿਸਕਸ ਕਰੋ, ਉਹ ਅਲੱਗ ਸਵਾਲ ਹੈ। ਪਰ ਜਿਹੜਾ ਕੋਈ 25,000 ਕਹਿੰਦਾ, ਕੋਈ 35,000, ਜਿਹੜਾ ਮੁੰਡਾ ਕਿਸੇ ਵੀ ਗਰੁੱਪਾਂ ਦੇ ਵਿੱਚੋਂ ਜਿਹੜਾ ਕਤਲੇਆਮ ਹੋਇਆ, ਜਿਹੜੇ ਮੁਕਾਬਲਿਆਂ 'ਚ ਮਰੇ, ਚਾਹੇ ਉਹਨਾਂ ਨੇ ਮਾਰੇ, ਜੋ ਪੰਜਾਬ ਦਾ ਇੱਕ ਉਹ ਕਲਚਰ, ਉਹ ਮਾਹੌਲ ਚੱਲਿਆ, ਉਹਦੇ ਤੋਂ ਨਿਰਲੇਪ ਰਹਿ ਕੇ ਤਾਂ ਨਹੀਂ ਤੁਸੀਂ ਕਹਿ ਸਕਦੇ ਵੀ ਹੁਣ ਇੱਥੇ ਪਰਦਾ ਪਾਓ ਤੇ ਹੁਣ ਅੱਗੇ ਚੱਲ ਪੋ। ਉਹ ਇੱਕ ਐਕਚੁਅਲੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਹੀ ਮੋਰਚਾ ਲੱਗਿਆ ਨਾ, ਉਹੀ ਡਿਮਾਂਡ ਸੀ ਬੇਸਿਕਲੀ, ਉਹਨੂੰ ਤੁਸੀਂ ਚਿਮਟੇ ਨਾਲ ਚੱਕ ਕੇ ਕਿਤੇ ਖੁੱਲੇ ਠੰਡੇ ਬਸਤੇ 'ਚ ਪਾਤਾ। ਹੁਣ ਉਹ ਪੋਲਿਟਿਕਸ ਕਿਹੜੀ ਹੋਊ ਜਿਹੜੀ ਤੁਸੀਂ ਕਹਿੰਦੇ ਹੋ ਵੀ ਬਾਦਲ ਸਾਹਿਬ ਦਾ ਮਿਸ਼ਨ ਸੀ, ਮੈਂ ਮਿਸ਼ਨ ਨੂੰ ਫੋਲੋ ਕਰਨਾ ਹੈ? ਉਹ ਮਿਸ਼ਨ ਕਿਹੜਾ ਹੈ? ਇਹਦੀ ਵਿਆਖਿਆ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਇਹ ਪਤਾ ਨਹੀਂ ਲੱਗੂਗਾ ਕਿ ਸੁਖਬੀਰ ਸਿੰਘ ਬਾਦਲ ਕਿਹੜੀ ਮਿਸ਼ਨ ਦੀ ਗੱਲ ਕਰਦੇ ਨੇ। ਦੂਜੀ ਗੱਲ ਤੁਹਾਡੇ ਤੇ ਇਲਜ਼ਾਮ ਲਗਾਤਾਰ ਇਹ ਲੱਗੇ ਨੇ, ਔਰ ਝੁੰਦਾ ਕਮੇਟੀ ਦੀ ਰਿਪੋਰਟ ਵੀ ਇਹੀ ਕਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਵਲ ਬਾਕੀ ਖੇਤਰੀ ਪਾਰਟੀਆਂ ਵਰਗੀ ਕੇਵਲ ਇੱਕ ਪਾਰਟੀ ਨਹੀਂ ਹੈ। ਇਹਦੇ ਪਿੱਛੇ 100 ਸਾਲ ਤੋਂ ਵੱਡੀ ਲੈਗੇਸੀ ਹੈ, ਇਹਦੇ ਪਿੱਛੇ ਇੱਕ ਫਿਲਾਸਫੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੋਂ ਲੈ ਕੇ, ਇਸ ਕਰਕੇ ਇਹ ਪਰਿਵਾਰਵਾਦ ਦੇ ਤਰੀਕੇ ਨਾਲ ਨਹੀਂ ਰਨ ਕੀਤੀ ਜਾ ਸਕਦੀ, ਚੱਲ ਸਕਦੀ। ਇਹ ਕੋਈ ਮੁਲਾਇਮ ਸਿੰਘ ਦੀ ਇਕੱਲੀ ਪਾਰਟੀ ਨਹੀਂ ਹੈ, ਇਹ ਇਕੱਲੀ ਲਾਲੂ ਪ੍ਰਸਾਦ ਦੀ ਪਾਰਟੀ ਨਹੀਂ ਹੈ, ਇਕੱਲੇ ਬਾਕੀ ਮਾਮਲਿਆਂ ਦੇ ਪਾਰਟੀਆਂ ਨਹੀਂ ਹੈ, ਚਾਹੇ ਮਮਤਾ ਬੈਨਰਜੀ ਦੀ ਹੋਵੇ ਚਾਹੇ ਕਿਸੇ ਹੋਰ ਦੀ ਹੋਵੇ। ਇਹਦੇ ਪਿੱਛੇ ਇੱਕ ਥਾਟ ਪ੍ਰੋਸੈਸ ਹੈ। ਉਹਦੇ ਤੋਂ ਅੰਦਰੂਨੀ ਜਮਹੂਰੀਅਤ ਦਾ ਜਿਹੜਾ ਕੁਐਸਚਨ ਹੈ, ਜਿੱਥੇ ਪੰਚ ਪ੍ਰਧਾਨੀ ਦਾ ਸਿਧਾਂਤ ਤੁਹਾਡੇ ਸਾਹਮਣੇ ਖੜ ਜਾਂਦਾ ਆ ਕੇ, ਜਿੱਥੇ ਸੰਗਤੀ ਫੈਸਲੇ ਲੈਣ ਦਾ ਸਿਧਾਂਤ ਤੁਹਾਡੇ ਖੜ ਜਾਂਦਾ, ਉਹਦੇ ਨਾਲ ਕੰਟਰਾਸਟ ਚੱਲ ਕੇ ਤੁਸੀਂ ਸਿੰਗਲ ਪ੍ਰਧਾਨ ਡੋਮੀਨੇਟਡ ਪਾਰਟੀ ਬਣਾਓਗੇ, ਕੀ ਇਹ ਉਹਦੇ ਨਾਲ ਮੈਚ ਕਰੇਗੀ? ਕੀ ਇਹ ਭਵਿੱਖ ਦੀ ਪਾਰਟੀ ਉਸ ਲੈਵਲ ਦੀ ਹੋਏਗੀ? ਇਹ ਪਬਲਿਕ ਡੋਮੇਨ 'ਚ ਅਜੇ ਚਰਚਾਵਾਂ ਮੇਰੇ ਖਿਆਲ ਫਿਊਚਰ ਦੀਆਂ ਹੋਣਗੀਆਂ। ਜਿਹੜੀ ਪਾਰਟੀ ਦੀ ਪੰਜਾਬ ਨੂੰ ਲੋੜ ਹੈ ਅਸਲ ਦੇ ਵਿੱਚ ਭਵਿੱਖ ਦੇ ਵਿੱਚ, ਤਾਂ ਉਹ ਪੋਲਿਟਿਕਸ ਅੱਗੇ ਦੇਖੀ ਜਾਏਗੀ ਕਿ ਵਾਕਈ ਇੱਕ ਉਸ ਲੈਵਲ ਦੀ ਪੋਲਿਟਿਕਸ ਹੈ ਜਾਂ ਨਹੀਂ ਹੈ ਉਸ ਲੈਵਲ ਦੀ ਪੋਲਿਟਿਕਸ। ਸਰਦਾਰ ਜਗਤਾਰ ਸਿੰਘ ਜੀ, ਗੱਲ ਇੱਕ ਇਹਦਾ ਹੋਰ ਐਸਪੈਕਟ ਹੈ। ਸੁਖਬੀਰ ਜੀ ਨੇ ਮਾਫੀ ਮੰਗੀ ਹੈ ਤੇ ਮੈਂ ਪਹਿਲਾਂ ਕਿਹਾ ਵੀ ਫੈਸਲਾ ਪੰਥ ਨੇ ਕਰਨਾ ਹੈ ਕਿ ਇਹਨਾਂ ਨੂੰ ਮਾਫ ਕਰਨਾ ਹੈ ਜਾਂ ਨਹੀਂ ਕਰਨਾ। ਜਦੋਂ ਇਹ ਇਸ਼ੂ ਉੱਠਦਾ ਹੈ ਕਿ ਪੰਥ ਨੇ ਮਾਫ ਕਰਨਾ ਹੈ ਜਾਂ ਨਹੀਂ ਕਰਨਾ, ਉਹਦਾ ਕਾਰਨ ਇੱਕ ਹੋਰ ਹੈ, ਉਹ ਹੈ ਇਹਨਾਂ ਦੀ ਕ੍ਰੈਡੀਬਿਲਿਟੀ। ਪੰਥ ਓਵਰਨਾਈਟ ਵਿਸ਼ਵਾਸ ਕਰ ਲਏਗਾ ਕਿ ਹੁਣ ਜਿਹੜੀ ਇਹਨਾਂ ਦੀ ਕਮਿਟਮੈਂਟ ਹੈ ਉਹ ਪੰਥ ਵੱਲ ਹੈ,
ਜਦੋਂ ਦੇਖੋ ਪੰਥ ਦੀ ਕਿਸੇ ਨਾਲ ਕੋਈ ਕੰਟਰਾਡਿਕਸ਼ਨ ਨਹੀਂ ਹੈ, ਹਿੰਦੁਸਤਾਨ ਦੀ ਸਿਆਸਤ ਨਾਲ ਕੋਈ ਕੰਟਰਾਡਿਕਸ਼ਨ ਨਹੀਂ ਹੈ। ਪੰਥ ਹੈ ਕਿ ਸਿੱਖਾਂ ਨੇ ਆਨ ਤੇ ਸ਼ਾਨ ਨਾਲ ਪੰਜਾਬ ਵਿੱਚ ਕਿਵੇਂ ਜਿਉਣਾ ਹੈ, ਤੇ ਇਹਦਾ ਅਸਰ ਸਿੱਧਾ ਜਿਹੜਾ ਹੁਣ ਸਿੱਖ ਸਾਰੀ ਦੁਨੀਆ 'ਚ ਬੈਠਾ ਹੈ ਉਹ ਤੇ ਪੈਂਦਾ ਹੈ। ਇਹ ਗੱਲ ਸਿਰਫ ਹੁਣ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਨਹੀਂ ਹੈ। ਪੰਜਾਬ ਕੈਨੇਡਾ ਦੇ ਵਿੱਚ ਹੈ, ਉਹਦੀ ਸਿਆਸਤ ਤੇ ਇੱਥੋਂ ਦੀ ਸਿਆਸਤ ਇੰਟਰਲਿੰਕਡ ਹੈ। ਇੱਕ ਪੰਜਾਬ ਹੁਣ ਲੰਡਨ ਬੈਠਾ ਹੈ, ਉੱਥੋਂ ਦੀ ਸਿਆਸਤ ਤੇ ਇੱਥੋਂ ਦੀ ਸਿਆਸਤ ਹੁਣ ਇੰਟਰਲਿੰਕਡ ਹੈ। ਹੁਣ ਜੇ ਸੁਖਬੀਰ ਜੀ ਕਹਿਣ ਕਿ ਮੈਂ ਤਾਂ ਮਾਫੀ ਮੰਗ ਲਈ ਜੀ ਤੇ ਮੈਂ ਪੰਥ ਦੀ ਸੇਵਾ ਕਰਨੀ ਹੈ, ਇਹ ਹੁਣ 30 ਸਾਲ 40 ਸਾਲ ਪਹਿਲਾਂ ਵਾਲਾ ਪੰਥ ਵੀ ਨਹੀਂ ਹੈ। ਤੇ ਜਿਹੜੀ ਗੱਲ ਮੈਂ ਦੂਜੀ ਕੀਤੀ ਕਿ ਇਹਦੀ ਕ੍ਰੈਡੀਬਿਲਿਟੀ ਕਿਵੇਂ ਬਹਾਲ ਹੋਏਗੀ ਪਾਰਟੀ ਦੀ ਤੇ ਸੁਖਬੀਰ ਜੀ ਦੀ। ਪੰਥ ਸਿਰਫ ਮਾਫੀ ਨਹੀਂ ਮੰਗਾਉਂਦਾ ਹੁੰਦਾ, ਪੰਥ ਕੁਰਬਾਨੀ ਵੀ ਲੈਂਦਾ ਹੁੰਦਾ। ਪੰਥ ਦਾ ਖਾਸਾ ਹੈ, ਪੰਥ ਨੇ ਹਮੇਸ਼ਾ ਕੁਰਬਾਨੀ ਮੰਗੀ ਹੈ। ਕੁਰਬਾਨੀ ਕਰਨ ਵਾਸਤੇ ਕੀ ਅਕਾਲੀ ਦਲ ਤਿਆਰ ਹੈ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਤਿਆਰ ਹੈ? ਇਤਿਹਾਸ ਗਵਾਹ ਹੈ ਕਿ ਪੰਥ ਨੇ ਸਮੇਂ-ਸਮੇਂ ਤੇ ਕੁਰਬਾਨੀ ਲਈ। ਤਾਂ ਮੈਂ ਕਹਿੰਦਾ ਕਿ ਸਿਰਫ ਜਿਹੜੀ ਮਾਫੀ ਮੰਗਣੀ ਹੈ, ਇਹ ਫੈਸਲਾ ਤਾਂ ਪੰਥ ਨੇ ਕਰਨਾ। ਜੇ ਪੰਥ ਬਿਨਾਂ ਕੁਰਬਾਨੀ ਲਏ ਮਾਫ ਕਰਦਾ ਹੈ, ਬਹੁਤ ਵਧੀਆ ਗੱਲ ਹੈ। ਲੇਕਿਨ ਜਿਹੜਾ ਇਤਿਹਾਸ ਆ, ਜੇ ਆਪਾਂ ਉਹ ਤੋਂ ਸਬਕ ਸਿੱਖੀਏ ਤੇ ਪੰਥ ਕੁਰਬਾਨੀ ਮੰਗਦਾ ਹੁੰਦਾ ਹੈ। ਨੰਬਰ 2, ਹਮੀਰ ਜੀ ਨੇ ਵੀ ਗੱਲ ਕੀਤੀ ਹੈ ਵੀ ਤੁਹਾਡਾ ਅੱਗੇ ਏਜੰਡਾ ਕੀ ਹੈ। ਤੁਸੀਂ ਕਹਿੰਦੇ ਸੇਵਾ ਕਰਨੀ ਹੈ, ਉਹ ਸੇਵਾ ਦਾ ਫਰੇਮਵਰਕ ਕੀ ਹੋਏਗਾ ਆਉਣ ਵਾਲਾ ਸਮਾਂ ਦੱਸੇਗਾ, ਤੇ ਕ੍ਰੈਡੀਬਿਲਿਟੀ ਉਹ ਤੇ ਡਿਪੈਂਡ ਕਰੇਗੀ। ਤੇ ਜਿਹੜੀਆਂ ਸੰਸਥਾਵਾਂ ਹੁਣ ਤੱਕ ਨਿਗਰ ਚੁੱਕੀਆਂ ਪਿਛਲੇ 30 ਸਾਲ ਦੇ ਵਿੱਚ, ਉਹਦੇ ਐਗਜ਼ਾਮਪਲ ਅੱਜ ਸਾਹਮਣੇ ਹੈ। ਰਾਦਰ ਜਦੋਂ SGPC ਦੇ ਪ੍ਰਧਾਨ ਉੱਠੇ ਸਪੀਚ ਦੇਣ ਵਾਸਤੇ, ਉਹਨਾਂ ਨੂੰ ਸਿਕਿਉਰਿਟੀ ਵਾਲਿਆਂ ਨੇ ਰੋਕ ਲਿਆ ਉੱਥੇ ਹੀ ਸਟੇਜ ਤੇ ਦਲਜੀਤ ਚੀਮਾ ਨੂੰ ਕਹਿਣਾ ਪਿਆ ਸਟੇਜ ਤੋਂ, ਭਾਈ ਇਹ ਪ੍ਰਧਾਨ ਹੈਗੇ, ਇਹਨਾਂ ਨੂੰ ਆਉਣ ਦਿਓ। ਇਹ ਸਿਚੁਏਸ਼ਨ ਹੈ ਅਸਲੀ, ਕਿ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਪੰਥ ਦੀ ਸਿਆਸਤ ਹੈ ਉਹ ਬਿਨਾਂ ਕੁਰਬਾਨੀ ਤੋਂ ਰਿਵਾਈਵ ਹੋ ਸਕਦੀ ਹੈ। ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਤੇ ਇੱਕ ਤਾਂ ਤੁਹਾਡਾ ਨਵਾਂ ਫਰੇਮਵਰਕ, ਸਿਰਫ ਇਹ ਜਥੇਦਾਰ ਦਾ ਕਹਿ ਦੇਣਾ ਕਿ ਫੈਡਰਲ ਢਾਂਚਾ ਤੋਂ 1952 ਦੀ ਇਲੈਕਸ਼ਨ ਵੀ ਅਕਾਲੀ ਦਲ ਨੇ ਲੜੀ ਸੀਗੀ। 57 ਆਪਣੇ 67 ਦੀ ਇਲੈਕਸ਼ਨ ਮੁੱਦਾ ਹੀ ਇਹ ਸੀਗਾ। ਉਹਨਾਂ ਨੇ JNK ਦੇ ਪੈਟਰਨ ਤੇ ਮੰਗੀ ਸੀ। 68 ਬਟਾਲਾ ਰੈਜ਼ੋਲੂਸ਼ਨ, ਫਿਰ ਅਨੰਦਪੁਰ ਸਾਹਿਬ, ਫਿਰ 94 ਦਾ ਤੁਹਾਡਾ ਕਨਫੈਡਰਲ ਆ ਗਿਆ, ਅੰਮ੍ਰਿਤਸਰ ਡੈਕਲੇਰੇਸ਼ਨ। ਸੋ ਮਤੇ ਪਏ ਆ, ਮਤਿਆਂ ਦੀ ਕੋਈ ਕਮੀ ਨਹੀਂ ਗਈ। ਅੱਜ ਦੇ ਸੰਦਰਭ ਦੇ ਵਿੱਚ ਜਦੋਂ ਟੈਕਨੋਲੋਜੀ ਦਾ ਜ਼ਮਾਨਾ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ, ਉਹਦੇ ਵਿੱਚ ਤੁਸੀਂ ਨਵਾਂ ਆਪਣਾ ਏਜੰਡਾ ਕਿਵੇਂ ਫਰੇਮ ਕਰਦੇ ਆ, ਪੰਥ ਨੂੰ ਰੀਸ਼ੇਪ ਕਿਵੇਂ ਕਰਦੇ, ਉੱਥੇ ਤੁਹਾਡੀ ਕ੍ਰੈਡੀਬਿਲਿਟੀ ਬਣੇਗੀ। ਨਹੀਂ ਤਾਂ ਜੇ ਉਹੀ ਕਹੋ ਕਿ ਸੇਵਾ ਕਰਨੀ ਹੈ, ਕਿਉਂਕਿ ਇਹਨਾਂ ਦੀ ਸੇਵਾ ਦੇ ਕੁਸਤਰ ਮਾਰਕ ਹੈ। ਸੋ ਉਸ ਸੰਦਰਭ ਦੇ ਵਿੱਚ ਦੇਖਣਾ ਪੈਣਾ ਹੈ ਕਿ ਇਹ ਸੇਵਾ ਦਾ ਫਰੇਮਵਰਕ ਕੀ ਹੋਵੇ। ਪਹਿਲਾਂ ਫਰੇਮਵਰਕ ਆ ਜਾਏ, ਮੇਰੇ ਖਿਆਲ ਉਸ ਤੋਂ ਬਾਅਦ ਅੱਗੇ ਗੱਲ ਕੀਤੀ ਜਾ ਸਕਦੀ ਹੈ ਇਹਦੇ ਬਾਰੇ। ਸਰਦਾਰ ਜਗਤਾਰ ਸਿੰਘ ਜੀ, ਇੱਕ ਸਵਾਲ ਇੱਥੇ ਥੋੜਾ, ਜੇ ਤੁਸੀਂ ਇਹਨੂੰ ਠੀਕ ਸਮਝੋ, ਕਿ ਅੱਜ ਦੇ ਦਿਨ 'ਚ ਖਲੋ ਕੇ ਨਿਰੋਲ ਪੰਥਕ ਰਾਜਨੀਤੀ ਨਾਲ ਪੰਜਾਬ 'ਚ ਸਰਕਾਰ ਬਣਾਈ ਜਾ ਸਕਦੀ ਹੈ? ਕਿਉਂਕਿ ਏਜੰਡਾ ਪਾਵਰ ਹੈ। ਪਾਵਰ ਤੋਂ ਬਿਨਾਂ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਔਰ ਈਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਏਜੰਡਾ ਕੋਈ ਦੋਇਮ ਕੋਈ ਦੂਜਾ ਨਹੀਂ ਲੱਗਿਆ। ਸੇਵਾ ਦਾ ਮਤਲਬ ਵੀ ਸਿਰਫ ਅੱਜ ਕੱਲ੍ਹ ਇਹੀ ਮੰਨਿਆ ਜਾਂਦਾ ਕਿ ਸਾਨੂੰ ਮੌਕਾ ਦਿਓ ਜੀ। ਸੋ ਕੀ ਨਿਰੋਲ ਸਿੱਖ ਮਾਮਲੇ ਲੈ ਕੇ, ਪੰਥਕ ਦਿੱਖ ਰੱਖ ਕੇ, ਪੰਥਕ ਅਪਰੋਚ ਲੈ ਕੇ, ਪੰਥਕ ਸਟਰਗਲ ਕਰਕੇ, ਪੰਥਕ ਸੰਸਥਾਵਾਂ ਨੂੰ ਬਿਹਤਰ ਕਰਕੇ, ਕੀ ਇਹਦੇ ਨਾਲ ਇਲੈਕਸ਼ਨ ਜਿੱਤੀ ਜਾ ਸਕਦੀ ਹੈ? ਪੰਥ ਤਕੜਾ ਵੀ ਇਹਨਾਂ ਸੰਸਥਾਵਾਂ ਕਰਕੇ ਹੀ ਸੀ। ਪਹਿਲਾਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪਾਵਰ ਸੀ ਤੇ ਉਹ ਪੰਥਕ ਪਾਵਰ ਸੀ, ਜੇ ਅਕਾਲ ਤਖਤ ਦੇ ਜਥੇਦਾਰ ਦੀ ਪਾਵਰ ਸੀ ਤੇ ਪੰਥਕ ਪਾਵਰ ਸੀ। ਜਦੋਂ ਉਹ ਵੀਕ ਹੋ ਗਏ ਤੇ ਇਹ ਜਿਹੜੀ ਪੰਥਕ ਇੰਸਟੀਟਿਊਸ਼ਨ ਸੀਗੇ ਇਹ ਸਾਰੇ ਹੀ ਕੋਲੈਪਸ ਕਰ ਗਏ। ਇਹਦੇ ਨਾਲ ਪਾਰਟੀ ਨਾਲ ਦੇਖ ਲਓ 3 ਸੀਟਾਂ ਜੀ ਆਈਆਂ, ਇਹ ਟੋਟਲ ਕੋਲੈਪਸ ਹੈ ਜਿਹੜਾ ਪੰਥਕ ਇੰਸਟੀਟਿਊਸ਼ਨ ਦਾ, ਜਿਹੜੀ ਸਿਆਸਤ ਦਾ ਪਿਛਲੇ 30 ਸਾਲ ਦੀ ਉਹਨੇ ਇੱਥੇ ਲੈ ਕੇ ਖੜਾ ਕੀਤਾ। ਜਿਹੜੀ ਗੱਲ ਪਾਵਰ ਪੋਲਿਟਿਕਸ ਦੀ, ਜੇ ਇਹ ਇੰਸਟੀਟਿਊਸ਼ਨ ਤਕੜੇ ਹੋਣਗੇ ਫਿਰ ਤੁਹਾਡੀ ਬਾਰਗੇਨਿੰਗ ਪਾਵਰ ਵਧੇਗੀ। ਜੇ ਅੱਜ ਤੁਹਾਨੂੰ SGPC ਦੇ ਪ੍ਰਧਾਨ ਨੂੰ ਅਗਲੇ ਟਾਈਮ ਹੀ ਨਹੀਂ ਦਿੰਦੇ ਮਿਲਣ ਦਾ, ਤੇ ਤੁਹਾਡੀ ਪਾਵਰ ਕੀ ਰਹੇਗੀ? ਤੁਸੀਂ ਲਿਆ ਕੇ ਤਾਂ ਇੱਥੇ ਖੜੇ ਕਰਤੇ ਇੰਸਟੀਟਿਊਸ਼ਨ ਸਾਰੇ। ਤੇ ਜੇ ਇਹ ਇੰਸਟੀਟਿਊਸ਼ਨ ਤਕੜੇ ਹੋਣਗੇ, ਤੁਹਾਡੀ ਸੰਸਥਾਵਾਂ ਤਕੜੀਆਂ ਹੋਣਗੀਆਂ, ਅਕਾਲੀ ਦਲ ਤਕੜਾ ਹੋਏਗਾ।
ਤੇ ਉਹਦੇ ਨਾਲ ਜਿਹੜੀ ਤੁਹਾਡੀ ਪਾਵਰ ਪੋਲਿਟਿਕਸ ਹੈ ਉਹ ਅੱਗੇ ਅੱਗੇ ਤੁਰੇਗੀ। ਪਾਵਰ ਸਰਕਾਰ ਬਣਾਉਣ ਦਾ ਤੇ ਜਿਹੜਾ ਪੰਥਕ ਏਜੰਡਾ ਹੈ ਇਹਨਾਂ ਦਾ ਆਪਸ ਕੋਈ ਕਲੈਸ਼ ਨਹੀਂ। ਪੰਥ ਸੈਕੂਲਰ ਹੈ, ਪੰਥ ਮਾਨਵਤਾਵਾਦੀ ਹੈ, ਉਹ ਸਾਰਿਆਂ ਨੂੰ ਕਲਾਵੇ 'ਚ ਲੈ ਕੇ ਚੱਲਣ ਦੀ ਗੱਲ ਹੈ, ਉਹ ਸਿਰਫ ਨਾਰਾ ਨਹੀਂ ਹੈ ਜੀ। ਇਹ ਬੜੀ ਕਮਾਲ ਦੀ ਫਿਲਾਸਫੀ ਹੈ, ਉਹਨੂੰ ਸਮਝਣ ਦੀ ਲੋੜ ਹੈ, ਉਹ ਤੇ ਅਮਲ ਕਰਨ ਦੀ ਲੋੜ ਹੈ, ਤਾਂ ਸਾਰੀ ਗੱਲ ਬਣੇਗੀ। ਉਹ ਸਾਰਿਆਂ ਨੂੰ ਨਾਲ ਲੈ ਕੇ ਜੇ ਚੱਲਣਾ ਹੈ ਤੇ ਤੁਹਾਨੂੰ ਇੱਕ ਏਜੰਡਾ ਨਵਾਂ ਯਾਦ ਕਰਨਾ ਪਏਗਾ ਤੇ ਨਾਲ ਕੁਰਬਾਨੀ ਵੀ ਦੇਣੀ ਪਏਗੀ। ਸਰਦਾਰ ਹਰਮੀਤ ਸਿੰਘ ਜੀ, ਅਕਾਲੀ ਦਲ ਸ਼ਾਇਦ ਇਸ ਗੱਲ ਤੋਂ ਕਾਫੀ ਉਤਸ਼ਾਹਿਤ ਹੋਊਗਾ ਕਿ ਮਰਹੂਮ ਬਾਦਲ ਸਾਹਿਬ ਦੇ ਇਸ ਮੌਕੇ ਦੇ ਉੱਤੇ ਲਗਭਗ 10 ਦਿਨ ਦਾ ਪੀਰੀਅਡ ਸੀਗਾ ਜਿਹਦੇ ਵਿੱਚ ਆਪ ਮੁਹਾਰੇ ਲੋਕ ਆਏ। ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਨੁਭਵ ਵੀ ਅੱਗੇ ਨਾਲੋਂ ਜ਼ਿਆਦਾ ਵਿਸ਼ਾਲਤਾ ਨਾਲ ਹੋਇਆ ਹੋਊਗਾ ਕਿ ਸਾਡਾ ਜਿਹੜਾ ਵਰਕਰ ਬੇਸ ਹੈ, ਸਾਡਾ ਕਾਡਰ ਹੈ, ਉਹ ਸਾਨੂੰ ਸਪੋਰਟ ਕਰ ਰਿਹਾ, ਉਹ ਮਰਿਆ ਨਹੀਂ, ਉਹ ਸਾਡੇ ਨਾਲ ਖੜਦਾ। ਵੱਖ-ਵੱਖ ਮੌਕਿਆਂ ਦੇ ਉੱਤੇ ਹੁਮ-ਹੁਮਾ ਕੇ ਲੋਕਾਂ ਦਾ ਨਾਲ ਹੋਣਾ ਪਿਛਲੀਆਂ ਜਿੰਨੀਆਂ ਵੀ ਸ਼ਿਕਸਤ ਨੇ ਉਹਨਾਂ ਤੋਂ ਉੱਭਰਨ ਲਈ ਇੱਕ એનર્ਜੀ ਵੀ ਦੇ ਰਿਹਾ ਹੋਊਗਾ। ਮੇਰਾ ਪਹਿਲਾ ਸਵਾਲ ਜਿਹੜਾ ਸਰਦਾਰ ਜਗਤਾਰ ਸਿੰਘ ਹੁਣਾਂ ਵੱਲ ਸੀਗਾ ਕਿ ਕੀ ਸੁਖਬੀਰ ਸਿੰਘ ਬਾਦਲ ਜਦੋਂ ਪੰਥ ਤੋਂ ਮਾਫੀ ਮੰਗਦੇ ਆ, ਕੀ ਉਸ ਵੇਲੇ ਉਹਨਾਂ ਦੇ ਬ੍ਰੇਨ ਦੇ ਵਿੱਚ ਇਹ ਫਰੇਮਵਰਕ ਇਹ ਵਰਕ ਕਰ ਰਿਹਾ ਹੋਊਗਾ ਕਿ ਬੀਜੇਪੀ ਤੋਂ ਬਿਨਾ, ਜੇ ਬੀਜੇਪੀ ਨਹੀਂ ਮੰਨਦੀ ਹੁਣ, ਤੇ ਕੀ ਸਰਕਾਰ ਬਣਾਉਣ ਲਈ ਉਹਨਾਂ ਕੋ ਸਫੀਸ਼ੀਐਂਟ ਤਰੀਕਾਕਾਰ ਹੋਣਗੇ? ਕਿਉਂਕਿ ਏਜੰਡਾ ਤਾਂ ਪਹਿਲਾ ਵੀ ਉਹੀ ਤੇ ਆਖਰੀ ਵੀ ਉਹੀ ਹੈ ਕਿ ਕਿਵੇਂ ਨਾ ਕਿਵੇਂ ਪਾਵਰ ਚ ਆਇਆ ਜਾਵੇ। ਔਰ ਜਿੰਨੇ ਲੋਕ ਉਹਨਾਂ ਨਾਲ ਜੁੜੇ ਹੋਏ, ਮੈਂ ਨਹੀਂ ਕਿਸੇ ਨੂੰ ਜਾਣਦਾ ਜਿਹੜਾ ਪਾਵਰ ਤੋਂ ਬਿਨਾ ਜੁੜਿਆ ਹੋਵੇ। ਤੇ ਇਸ ਅਕਾਲੀ ਦਲ ਬਾਦਲ ਨਾਲ ਬਾਕੀ ਜਿੰਨੇ ਵੀ ਵੱਖਰੇ ਧੜੇ ਨੇ ਉਹਨਾਂ ਨਾਲੋਂ ਜ਼ਿਆਦਾ ਪਾਵਰ ਇੱਕ ਵਾਰੀ ਫਿਰ ਦੇਖੀ ਗਈ ਹੈ। ਲੋਕਾਂ ਦੇ ਨਜ਼ਰੀਏ ਤੋਂ, ਮਾਸਸ ਤੋਂ, ਵਰਕਰ ਬੇਸ ਤੋਂ ਲੋਕ ਟੁੱਟੇ ਨਹੀਂ। ਇਸ ਗੱਲ ਨੂੰ ਕਿੱਦਾਂ ਲੈਣਾ? ਅਸਲ ਦੇ ਵਿੱਚ ਇਹੀ ਤਾਂ ਸਵਾਲ ਹੈ ਸਭ ਤੋਂ ਜ਼ਿਆਦਾ। ਜਦੋਂ ਅਕਾਲੀ ਦਲ ਵੀ ਕੇਵਲ ਪਾਵਰ ਹੰਗਰੀ ਪੋਲਿਟਿਕਸ ਦੇ ਐਂਗਲ ਤੋਂ ਚੱਲ ਪਿਆ, ਉਦੋਂ ਤੋਂ ਨਾ ਪੰਥਕ ਸਿਆਸਤ ਨਾ ਸਿਧਾਂਤਕ ਸਿਆਸਤ ਬਚੂਗੀ ਨਹੀਂ। ਇਹ ਸੁਮੇਲ ਦਾ ਕੁਐਸਚਨ ਹੈ ਦੋਨਾਂ ਤਰੀਕਿਆਂ ਦਾ ਕਿ ਆਪਸ ਦੇ ਵਿੱਚ ਤੁਹਾਨੂੰ ਆਪਣੇ ਵੈਲਿਊ ਬੇਸਡ ਪੋਲਿਟਿਕਸ ਕਰਨੀ ਪਏਗੀ ਤੇ ਪਾਵਰ ਲਈ ਵੀ ਕਰਨਾ ਤਾਂ ਕੁਝ ਮਿਨੀਮਮ ਵੈਲਿਊਜ਼ ਦਾ ਸਿਸਟਮ ਬਰਕਰਾਰ ਰੱਖ ਕੇ। ਔਰ ਉਹਦੇ ਨਾਲ ਕੋਈ ਅਕਾਲੀ ਦਲ ਦਾ ਮਤਲਬ ਕੱਲਾ ਇਹ ਨਹੀਂ ਹੈ ਕਿ ਉਹਨੂੰ ਕੱਲਾ ਸਿੱਖ ਜਾਂ ਜੱਟ ਸਿੱਖ ਜਾਂ ਬਾਕੀ ਵੋਟ ਪਾਉਂਦਾ ਸੀ। ਉਹਨੂੰ ਦਲਿਤ ਪਰਿਵਾਰ ਵੀ ਕਿੰਨੇ ਵੱਡਾ ਸੈਕਸ਼ਨ ਹੈ ਜਿਹੜਾ ਵੋਟ ਪਾਉਂਦਾ, ਤੇ ਉਹਨੂੰ ਹਿੰਦੂਆਂ ਦਾ ਇੱਕ ਸੈਕਸ਼ਨ ਵੀ ਵੋਟ ਪਾਉਂਦਾ, ਬਾਕੀ ਲੋਕ ਵੀ ਨੇ। ਕੋਈ ਐਂ ਤਾਂ ਨਹੀਂ ਸੀ, ਕਿਉਂਕਿ ਉਹਦਾ ਚਿਹਰਾ ਮੋਹਰਾ ਕਦੇ ਬਹੁਤ ਜ਼ਿਆਦਾ ਐ ਨਹੀਂ ਬਣਿਆ ਕਿ ਕੇਵਲ ਸਿੱਖਾਂ ਦੀ ਉਸ ਰੂਪ ਦੇ ਵਿੱਚ ਪਾਰਟੀ ਹੈ। ਜੇਕਰ ਇਹ ਅਲੱਗ ਗੱਲ ਹੈ, ਚਾਹੇ ਕਿਹਾ ਜਾਂਦਾ ਰਿਹਾ ਬੜੇ ਵਾਰ ਨਾਰਮਲੀ ਕਿ ਇੱਥੋਂ ਦਾ ਜਿਹੜਾ ਮਿਨੋਰਟੀ ਸੈਕਸ਼ਨ ਹੈ ਉਹ ਕੇਂਦਰ ਚੋਂ ਆਪਣੀ ਸਿਕਿਉਰਿਟੀ ਭਾਲਦਾ ਜ਼ਿਆਦਾਤਰ ਇੱਥੋਂ ਦੀ ਬਜਾਏ। ਪਰ ਕਿਉਂਕਿ ਟਕਰਾਅ ਕੋਈ ਨਹੀਂ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ, ਔਰ ਜੇਕਰ ਤੁਸੀਂ ਇਹਨੂੰ ਕੱਲਾ ਬਣਾ ਦਿੰਦੇ ਹੋ ਦੋ ਧਰਮਾਂ ਦੀ, ਰੌਲਾ ਕੀ ਹੋਇਆ? ਜਿਹੜਾ ਅਕਾਲੀ ਦਲ ਦਾ ਅਲਾਇੰਸ ਵੀ ਹੋਇਆ ਬੀਜੇਪੀ ਨਾਲ, ਉਹਨਾਂ ਨੂੰ ਕਿਹਾ ਤੁਸੀਂ ਹਿੰਦੂਆਂ ਦੀ ਪਾਰਟੀ ਆ, ਮੈਂ ਸਿੱਖਾਂ ਦੀ ਪਾਰਟੀ ਆ। ਭਾਈਚਾਰਕ ਸਾਂਝ ਹੋਰ ਕੀ ਹੈ? ਹਿੰਦੂ ਸਿੱਖ ਕੇਵਲ ਦੋ ਤਬਕੇ ਹੀ ਨੇ ਫਿਰ ਸਾਰੀ ਦੁਨੀਆ ਕੰਟਰੀ। ਇਹ ਕੀ ਇਹ ਅਕਾਲੀ ਦਲ ਦੀ ਅਪਰੋਚ ਹੋ ਸਕਦੀ ਹੈ? ਕੀ ਇਹ ਪੰਥਕ ਅਪਰੋਚ ਹੋ ਸਕਦੀ ਹੈ? ਜਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਦੇ ਚ? ਇਹਦਾ ਮਤਲਬ ਇਹ ਹੈ ਕਿ ਇਹ ਹਿੰਦੂ ਸਿੱਖ ਦਾ ਮਤਲਬ ਇਹ ਤੁਹਾਡੀ ਸ਼ਹਿਰੀ ਵੋਟ ਤੁਹਾਡੇ ਨਾਲ ਥੋੜੀ ਜੀ, ਸਾਡੀ ਪਿੰਡੂ ਵੋਟ ਸਾਡੇ ਨਾਲ ਸਿੱਖੀ ਦੇ ਤੌਰ ਤੇ। ਇਹ ਪਾਵਰ ਸ਼ੇਅਰਿੰਗ ਦੀ ਐਡਜਸਟਮੈਂਟ ਹੈ। ਇਹ ਕੋਈ ਬਹੁਤ ਵੱਡਾ ਹੋਰ ਵਰਤਾਰਾ ਨਹੀਂ ਹੈ ਕਿ ਇਹਦੇ ਨਾਲ ਤੁਸੀਂ ਜੀ ਇੱਥੇ ਪਤਾ ਨਹੀਂ ਸਾਂਝ ਜੀ ਕ੍ਰੀਏਟ ਕਰ ਰਹੇ ਹੋ ਜਾਂ ਬਾਕੀ ਗੱਲਾਂ ਕਰ ਰਹੇ ਹੋ। ਔਰ ਇਹਦੇ ਲਈ ਇਸੇ ਕਰਕੇ ਜਿਹੜੀ ਸ਼ਹਿਰੀ ਵੋਟ ਜੇ ਨੈਸ਼ਨਲ ਲੈਵਲ ਤੇ ਕਾਂਗਰਸ ਆਉਣਾ ਚਾਹੁੰਦੀ ਹੈ ਤਾਂ ਪੰਜਾਬ ਦਾ ਹਿੰਦੂ ਕਾਂਗਰਸ ਨੂੰ ਭੁਗਤ ਜਾਂਦਾ। ਜ਼ਰੂਰੀ ਨਹੀਂ ਉਹ ਬੀਜੇਪੀ ਨਾਲ ਜਾਵੇ। ਬੀਜੇਪੀ ਨਾਲ ਤਾਂ ਬਹੁਤ ਜ਼ਿਆਦਾ ਕਦੇ ਵੀ ਨਹੀਂ ਗਿਆ ਉੱਡੇ ਵੱਡੇ ਪੱਧਰ ਤੇ ਹਜੇ ਤੱਕ ਜਿੰਨਾ ਕਾਂਗਰਸ ਨਾਲ ਜਾਂਦਾ ਰਿਹਾ, ਔਰ ਅਜੇ ਤੱਕ ਵੀ ਉਹ ਸਾਰੇ ਮਾਮਲੇ ਨਹੀਂ। ਇਸ ਕਰਕੇ ਬਿਨਾਂ ਸ਼ੱਕ ਸੁਖਬੀਰ ਸਿੰਘ ਬਾਦਲ ਦੇ ਦਿਮਾਗ 'ਚ ਤਾਂ ਹੋਊਗਾ ਹੀ ਕਿ ਕਿਵੇਂ ਗੱਠਜੋੜ ਜਿਹੜਾ ਉਹ ਕੀਤਾ ਜਾਏ। ਪਰ ਉਸ ਸਾਰੇ ਮਾਮਲੇ ਦੇ ਵਿੱਚ ਪਹਿਲਾਂ ਆਪਣਾ ਵਜੂਦ ਕਿਵੇਂ ਕਾਇਮ ਕੀਤਾ ਜਾਏ ਨਾ, ਤਾਂ ਬਾਕੀ ਦੇ ਨੂੰ ਅਟਰੈਕਟ ਕਰਦਾ ਚੀਜ਼ਾਂ ਨੂੰ। ਤੁਹਾਡਾ ਉਹਨਾਂ ਕੇਡਰ ਉਹਨਾਂ ਕੋਲ ਹੈ ਅੱਜ ਵੀ, ਪਰ ਉਹ ਕਿਹੜੀ ਨੇਚਰ ਦਾ ਕੇਡਰ ਹੈ? ਕੀ ਉਹ ਜਥੇਦਾਰੀ ਕੇਡਰ ਹੈ ਜਿਹੜਾ ਪਰਨਾ ਮੋਢੇ ਤੇ ਰੱਖਿਆ ਵੀ ਚਲੋ ਮੋਰਚਾ ਲਾ ਦੋ, ਚੱਲਦੇ ਆ ਜੇਲ੍ਹ ਨੂੰ ਛੱਡ ਕੇ? ਜਾਂ ਉਹ ਦੂਜਾ ਕੇਡਰ ਆ ਗਿਆ ਹੁਣ ਆਲੇ ਦੁਆਲੇ ਜਿਨ੍ਹਾਂ ਕੋਲ ਫਾਰਚੂਨਰ ਨੇ, ਵੱਡੇ ਵੱਡੀਆਂ ਗੱਡੀਆਂ, ਸਭ ਕੁਝ ਹੈ, ਚਿੱਟੇ ਕੁੜਤੇ ਪਜਾਮੇ 25-25 30 ਹਜ਼ਾਰ ਦੇ ਪਾ ਕੇ ਤੇ 50-60 ਹਜ਼ਾਰ ਦੇ ਬੂਟ ਪਾ ਕੇ ਤੇ ਮੁਸ਼ਕਲ ਨਾਲ ਲੱਖ 2 ਲੱਖ ਸੱਜ ਕੇ ਤੁਸੀਂ ਜਾਂਦੇ ਹੋ। ਤੇ ਸਭ ਤੋਂ ਮੂਹਰੇ ਬੈਠਣ ਵਾਲਾ ਜਿਹੜਾ ਕੇਡਰ, ਉਹ ਕੇਡਰ ਕਿਹੋ ਜਿਹਾ? ਪੰਥ ਕਿਹੋ ਜਿਹੀ ਜੀਵਨ ਜਾਂਚ ਦੀ ਗੱਲ ਕਰਦਾ ਤੇ ਤੁਸੀਂ ਕਿਹੋ ਜਿਹੀ ਜੀਵਨ ਜਾਂਚ ਵਾਲੇ ਬੰਦਿਆਂ ਨੂੰ ਪ੍ਰਾਇੋਰਟੀ ਦੇ ਰਹੇ ਹੋ? ਇਹ ਬਹੁਤ ਵੱਡੇ ਕੁਐਸਚਨ ਨੇ ਜਿਹੜੇ ਆਉਣਗੇ ਜੇਕਰ ਸਾਹਮਣੇ ਜਦੋਂ ਉਹ ਆਉਣਗੇ। ਉਹ ਬੰਦੇ ਕੁਝ ਨਹੀਂ ਸੀ ਮੰਗਦੇ ਜੇਲ੍ਹਾਂ 'ਚ ਜਾ ਕੇ, ਕਦੇ ਵੀ ਨਾ ਮੰਗਿਆ ਕਿਸੇ ਤੋਂ, ਨਾ ਪਰਸਨਲੀ ਉਹਨਾਂ ਨੇ ਕੋਈ ਰਿਵਾਰਡ ਮੰਗਿਆ।
ਕਿਉਂਕਿ ਇੱਥੇ ਉਹ ਕਲਚਰ ਨਹੀਂ ਹੈ ਕਿ ਕੁਰਬਾਨੀ ਦੇ ਬਦਲੇ ਕੁਝ ਲਿਆ ਜਾਂਦਾ ਹੁੰਦਾ। ਜਿੰਨੇ ਬੰਦੇ ਮੋਰਚਿਆਂ 'ਚ ਗਏ, ਜਦੋਂ ਬਾਦਲ ਅਕਾਲੀ ਦਲ ਨੇ ਕਿਹਾ ਸੀ ਨਾ ਵੀ ਆਪਾਂ ਇਹਨਾਂ ਨੂੰ ਕੁਝ ਦੇ ਦਈਏ, ਕਿਸੇ ਦਾ ਐਡਰੈਸ ਹੀ ਨਹੀਂ ਲੱਭਦਾ ਸੀ। ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਤੇ ਪਿੰਡ ਦਾ ਨਾਮ ਆਨੰਦਪੁਰ ਸਾਹਿਬ, ਬੰਦੇ ਦਾ ਨਾਮ ਹੈ ਮੂਹਰੇ, ਲੱਭੀ ਜਾਓ ਕਿਹੜਾ ਪਿੰਡ ਹੈ, ਕਿਹੜੇ ਕਿੱਥੇ ਦਾ ਬੰਦਾ ਹੈ। ਉਹ ਇੱਕ ਰੂਹਾਨੀ ਇੱਕ ਅਪਰੋਚ ਦਾ ਕੁਐਸਚਨ ਹੈ। ਅਸੀਂ ਅਸਲ 'ਚ ਉਹ ਵੱਡੇ ਪੈਰਾਡਾਈਮ ਨੂੰ ਛੱਡ ਕੇ ਜਦੋਂ ਕੇਵਲ ਸੱਤਾ ਦੀ ਓਨੀ ਗੱਲ ਦੀ ਉਹ ਕਰਦੇ ਆ, ਉਹ ਇੱਕ ਬਹੁਤ ਵੱਡਾ ਸੱਤਾ ਦਾ ਕੇਂਦਰ ਹੁੰਦਾ। ਤੁਸੀਂ ਹੇਠਾਂ ਵੀ ਹੋ ਨਾ, ਨਹੀਂ ਚੀਫ ਮਿਨਿਸਟਰ, ਜੇ ਉਹ ਫਿਲਾਸਫੀ ਤੁਹਾਡੇ ਅੰਦਰ ਕੰਮ ਕਰਦੀ ਹੈ, ਤੁਹਾਡੇ ਕੇਂਦਰ ਦੁਨੀਆ ਦੀ ਕੋਈ ਤਾਕਤ ਨਹੀਂ ਹੈ, ਕੋਈ ਸੱਤਾ ਤੇ ਬੈਠਾ ਚੀਫ ਮਿਨਿਸਟਰ ਇਹੋ ਜਿਹਾ ਫੈਸਲਾ ਲੈਣ ਦੀ ਜ਼ਰੂਰਤ ਨਹੀਂ ਕਰਦਾ ਕਿ ਜੇਕਰ ਉਸ ਲੈਵਲ ਤੇ ਬੈਠਾ ਵੀ ਹੋਵੇ। ਜਦੋਂ ਕਮਿਊਨਿਸਟਾਂ ਨਾਲ ਵੀ ਇਹੀ ਵਾਪਰਿਆ ਨਾ, ਉਹ ਵੀ ਸੀਟਾਂ ਦੇਖਣ ਲੱਗੇ, 12-14 ਤੋਂ ਕਦੇ ਵੱਧ ਨਹੀਂ ਆਈਆਂ, ਪਰ ਜਦੋਂ 10 ਪੈਸੇ ਵੀ ਕਿਰਾਇਆ ਵੱਧਦਾ ਸੀ ਉਹ ਸੜਕ ਤੇ ਦਿਖਦੇ ਸੀ, ਹਰ ਇੱਕ ਨੂੰ ਸੋਚਣਾ ਪੈਂਦਾ ਸੀ ਅੱਜ ਉਹ ਸੜਕ ਕਿੱਥੇ ਹੈ। ਸੜਕ ਵਿਹਲੀ ਹੈ, ਭਾਪਾ ਕਰਦੀ ਹੈ, ਤੇ ਜਿਹੜੀ ਸਟਰਗਲ ਦੀ ਰਾਜਨੀਤੀ ਹੈ, ਕੁਰਬਾਨੀ ਦੀ ਰਾਜਨੀਤੀ ਹੈ, ਉਹ ਖਤਮ ਹੁੰਦੀ ਜਾ ਰਹੀ ਹੈ। ਰੌਲਾ ਕੁਰਬਾਨੀ ਦਾ ਕੇਵਲ ਚੋਣ ਦਾ ਨਹੀਂ ਹੈ, ਚੋਣ ਦੇ ਨਾਲ ਜਿਹੜੀਆਂ ਐਕਸਟਰਾ ਪਾਰਲੀਮੈਂਟਰੀ ਟ੍ਰੈਡੀਸ਼ਨਸ ਨੇ, ਪਾਰਲੀਮੈਂਟ ਤੋਂ ਬਾਹਰ ਦੀ ਡੈਮੋਕ੍ਰੇਸੀ ਹੈ ਜਿਹੜੀ ਉਹਨੂੰ ਖੜਾ ਰੱਖਦੀ ਹੈ, ਜਿਹੜੀ ਚੁਣੀ ਜਾਂਦੀ ਹੈ, ਉਹ ਗਾਇਬ ਹੋ ਗਈ ਹੈ। ਅਸਲ ਦੇ ਵਿੱਚ ਉਹਨੂੰ ਖੜਾ ਕੌਣ ਕਰਦਾ, ਤਾਂ ਉਹ ਵੀ ਸੁਧਰੇਗੀ ਜਿਹੜੀ ਅੰਦਰ ਜਾਏ ਬੰਦੇ, ਤੇ ਤਾਂ ਹੀ ਇੱਧਰ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ। ਇਹ ਸਪਲੀਮੈਂਟਰੀ ਨੇ ਇੱਕ ਦੂਜੇ ਦੇ, ਇੱਕ ਨੂੰ ਛੱਡ ਕੇ ਉਹ ਧਿਰ ਨਹੀਂ ਮਜ਼ਬੂਤ ਹੋ ਸਕਣੀ, ਮਤਲਬ ਅਕਾਲੀ ਦਲ ਦੀ ਕਿਸੇ ਵੀ ਰੂਪ ਦੇ ਵਿੱਚ। ਪਾਵਰ ਗੇਮ ਦੇ ਵਿੱਚ ਤੁਹਾਡਾ ਧਰਾਤਲ, ਤੁਹਾਡੀਆਂ ਜੜਾਂ, ਤੁਹਾਡੀਆਂ ਰੂਟਸ ਚਾਹੀਦੀਆਂ ਨੇ। ਇਸੇ ਕਰਕੇ ਬੀਜੇਪੀ ਇੱਕੋ ਇੱਕ ਪਾਰਟੀ ਹੈ ਜਿਹਦੇ ਕੋਲ ਆਰਐਸਐਸ ਦਾ ਰੂਟ ਹੈ, ਤੇ ਉਹ ਰੂਟਸ ਦੇ ਜਰੀਏ, ਕੇਡਰ ਦੇ ਜਰੀਏ ਲੋਕਾਂ ਦੇ ਚੁੱਲ੍ਹਿਆਂ ਤੱਕ ਜਾਣਾ, ਆਪਣੀ ਗੱਲ ਪਹੁੰਚਾਉਣਾ। ਤੇ ਇਸੇ ਕਰਕੇ ਜਿਹਨਾਂ ਕੋਲ ਕੇਡਰ ਨਹੀਂ ਹੁੰਦਾ ਪਾਰਟੀਆਂ ਕੋਲ ਉਸ ਪੱਧਰ ਦਾ, ਮੁੜ ਕੇ ਉਹ ਫਿਰ ਕਿਤੇ ਨਹੀਂ ਜਾਂਦੇ ਉਸੇ ਪੱਧਰ ਦੇ ਉੱਤੇ। ਆਈਡੀਓਲੋਜੀ ਦੀ ਲੜਾਈ ਆਈਡੀਓਲੋਜੀ ਦੇ ਨਾਲ, ਕੇਡਰ ਦੀ ਕੇਡਰ ਦੇ ਨਾਲ, ਤੇ ਮੈਸੇਜ ਦੇ ਅੰਦਰ ਕਮਿਟਮੈਂਟ ਦੀ ਕਮਿਟਮੈਂਟ ਦੇ ਨਾਲ ਲੜੀ ਜਾਂਦੀ ਹੈ। ਸੱਤਾ ਜਾਂ ਜੰਗ ਹੋਵੇ, ਉਹ ਇਸੇ ਗੱਲ ਦਾ ਤਵਾਜ਼ਨ ਹਮੇਸ਼ਾ ਹੁੰਦਾ। ਇਹ ਤੋਂ ਬਾਹਰ ਜਾ ਕੇ ਜੇ ਕੋਈ ਇੱਕ ਪੁਆਇੰਟ ਨਾਲ ਕਹੇਗਾ, ਮੇਰਾ ਨਹੀਂ ਖਿਆਲ ਕਿ ਉਹ ਗੱਲ ਸਿਰੇ ਲੱਗਦੀ ਹੈ ਕਿਸੇ ਵੀ ਰੂਪ ਦੇ ਵਿੱਚ। ਇਸ ਲਈ ਅਕਾਲੀ ਦਲ ਨੂੰ ਵੀ ਹੋਵੇ ਜਾਂ ਬਾਕੀ ਵੀ ਹੋਣ, ਉਹਨੂੰ ਥੌਰੋ ਸੋਚਣਾ ਪਏਗਾ। ਪਹਿਲਾ ਕੁਐਸਚਨ ਇਹ ਹੈ ਕਿ ਕੀ ਪੰਜਾਬ ਬਚੇਗਾ? ਰਾਜ ਤੁਸੀਂ ਪੰਜਾਬ ਤੇ ਕਰਨਾ ਚਾਹੁੰਦੇ ਹੋ ਬੀਜੇਪੀ ਨਾਲ ਰਲ ਕੇ ਜਾਂ ਨਾ ਰਲ ਕੇ? ਜੇ ਐਸੇ ਹਾਲਾਤ ਜਾਂਦੇ ਰਹੇ, ਜਦੋਂ ਪੰਜਾਬ ਕਰਜ਼ਾਈ ਹੈ, ਜਵਾਕ ਇੱਥੇ ਰਹਿਣੇ ਨਹੀਂ 15-20 ਸਾਲ ਬਾਅਦ, ਕਾਫੀ ਉਹ ਬਦਲ ਜਾਣੀ ਹੈ ਟੋਟਲ, ਤੁਸੀਂ ਰਾਜ ਕਿਹਦੇ ਤੇ ਕਰਨਾ? ਪਹਿਲਾਂ ਇਹ ਵੱਡਾ ਕੁਐਸਚਨ ਤਾਂ ਹੱਲ ਕਰੋ, ਫਿਰ ਉਧਰ ਨੂੰ ਚੱਲੋ ਤੇ ਉਹਦੇ ਨਾਲ ਆਪਣੀ ਪੋਲਿਟਿਕਸ ਕਰਦੇ ਰਹੋ। ਬਿਲਕੁਲ ਬਿਲਕੁਲ। ਸਰਦਾਰ ਜਗਤਾਰ ਸਿੰਘ ਜੀ, ਆਖਰੀ ਸਵਾਲ, ਕੀ ਹੁਣ ਸੁਖਬੀਰ ਸਿੰਘ ਬਾਦਲ ਦੇ ਅੱਜ ਦੇ ਲਹਿਜੇ ਤੋਂ ਬਾਅਦ ਜਰਨੈਲੀ ਟਾਈਪ ਰਾਜਨੀਤੀ ਚੱਲੂਗੀ? ਕਦੇ ਮਾਝੇ ਦਾ ਜਰਨੈਲ, ਕਦੇ ਦੁਆਬੇ ਦਾ ਜਰਨੈਲ, ਉਹ ਮਾਰਕਾ ਰਾਜਨੀਤੀ ਚੱਲੂਗੀ, ਜਾਂ ਪ੍ਰਕਾਸ਼ ਸਿੰਘ ਬਾਦਲ ਮਾਰਕਾ ਰਾਜਨੀਤੀ ਵੱਲ ਕਦਮ ਵਧਾਇਆ ਜਾਊਗਾ, ਜਿਹੜੀ ਰਾਜਨੀਤੀ 'ਚ ਭਾਵੇਂ ਕਿੰਨੇ ਵੀ ਨੁਕਸਾਨ ਹੋਏ ਹੋਣ, ਫਿਰ ਵੀ ਸਹਿਜਤਾ ਨਾਲ ਚਲਦੀ ਚਲਦੀ ਕੁਝ ਕੁ ਹਿੱਸਿਆਂ ਨੂੰ ਕਲਾਵੇ 'ਚ ਲੈ ਕੇ ਤੁਰੀ ਆਉਂਦੀ ਰਹੀ ਕਈ ਸਾਲਾਂ ਤੱਕ। ਅਚਨਚੇ 2012 ਤੋਂ ਬਾਅਦ ਬਦਲੇ ਰੰਗਾਂ ਨੇ ਬਹੁਤ ਕੁਝ ਤਹਿਸ ਨਹਿਸ ਕੀਤਾ। ਔਰ ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ, ਮੈਂ ਦੇਖਦਾ ਸੀ ਹਿਸਟਰੀ ਨੂੰ, 97 ਦੇ ਆਸ-ਪਾਸ ਸਾਡੇ ਇਧਰ ਮਾਝੇ ਦੇ ਇਲਾਕੇ 'ਚ ਇੱਕ ਸੀਟ ਸੀ, ਉਹ ਵੀ ਓਪੀ ਸੋਨੀ ਕੋਲ ਸੀ, ਉਹ ਵੀ ਬਾਅਦ ਦੇ ਵਿੱਚ ਅਕਾਲੀ ਦਲ ਦੇ ਸਮਰਥਨ 'ਚ ਆ ਗਏ। ਹੁਣ ਜਾਂ ਫਿਰ ਉਹ ਚੀਜ਼ਾਂ ਹੁੰਦੀਆਂ ਸੀ, ਫਿਰ ਸਾਰੇ ਦਾ ਸਾਰਾ ਆਪਸ ਵਿੱਚ ਹੀ ਇੱਕ ਦੂਜੇ ਨੂੰ ਹਰਾਉਣ ਵਾਲੇ ਪਾਸੇ ਤੁਰ ਪਏ। ਇਹ ਰਾਜਨੀਤੀ ਬਦਲੂਗੀ? ਤੁਹਾਨੂੰ ਲੱਗ ਰਿਹਾ ਕੋਈ ਲੀਕ ਖਿੱਚ ਕੇ ਫੈਸਲੇ ਲੈਣ ਵਰਗੀ ਪ੍ਰਵਿਰਤੀ ਸੁਖਬੀਰ ਸਿੰਘ ਦੇ ਅੰਦਰ ਆ ਸਕਦੀ? ਤੁਹਾਨੂੰ ਲੱਗਦਾ ਸੰਭਵ ਹੈ ਉਹ ਇਸ ਤਰ੍ਹਾਂ ਦੇ ਮੋਹ, ਪ੍ਰੈਸ਼ਰ ਤੇ ਬਾਕੀ ਚੀਜ਼ਾਂ ਤੋਂ ਉੱਪਰ ਉੱਠ ਸਕਣਗੇ, ਪਾਰਟੀ ਨੂੰ ਮੁੜ ਰਿਵਾਈਵ ਕਰਨ ਲਈ ਸਖਤ ਫੈਸਲੇ ਲੈਣ ਦੇ ਸਮਰੱਥ ਹੋ ਸਕਣਗੇ ਅੱਜ ਵਾਲੇ ਲਹਿਜੇ ਤੋਂ? ਲੱਗਦਾ ਤੁਹਾਨੂੰ? ਅਕਾਲੀ ਦਲ ਨੂੰ ਇਨਕਲਾਬੀ ਜਾਂ ਕਹ ਲਓ ਬੁਨਿਆਦੀ ਆਪਣੇ ਬਦਲਾਅ ਦੀ ਜ਼ਰੂਰਤ ਹੈ। ਇਹਦੀ ਸਿਆਸਤ ਕਰਨ ਦਾ ਢੰਗ ਤੇ ਨਾਲ ਇਹਦਾ ਪਾਰਟੀ ਦੇ ਨਵਾਂ ਪਾਲਿਸੀ ਪ੍ਰੋਗਰਾਮ ਉਹ ਬਣਾਉਣਾ ਪੈਣਾ। ਤੇ ਤੀਜੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਬਿਨਾਂ ਤੁਹਾਡੀ ਕ੍ਰੈਡੀਬਿਲਿਟੀ ਤੋਂ ਇਹਨਾਂ ਦੋਵਾਂ ਗੱਲਾਂ ਦਾ ਕੋਈ ਮੀਨਿੰਗ ਨਹੀਂ। ਤੁਸੀਂ ਪਹਿਲਾਂ ਆਪਣੀ ਕ੍ਰੈਡੀਬਿਲਿਟੀ ਪ੍ਰੂਵ ਕਰੋ ਵੀ ਅਸੀਂ ਲੋਕਾਂ ਦੇ ਨਾਲ ਕਮਿਟਡ ਹਾਂ। ਪੁਰਾਣੀ ਅਸੀਂ ਜਿਹੜਾ ਸਟਾਈਲ ਆਫ ਫੰਕਸ਼ਨਿੰਗ ਸੀ ਉਹ ਛੱਡਤਾ, ਉਹ ਪ੍ਰੂਵ ਕਰਨਾ ਪੈਣਾ ਤੇ ਉਹਦਾ ਟਾਈਮ ਲੱਗਦਾ ਹੁੰਦਾ। ਨਾਲ ਤੁਹਾਨੂੰ ਆਪਣੀ ਪਾਰਟੀ ਪ੍ਰੋਗਰਾਮ ਤੇ ਨਵਾਂ ਫਰੇਮਵਰਕ ਸਾਰਾ ਕੁਝ ਚਾਹੀਦਾ ਹੈ। ਹੁਣ ਪਾਰਟੀ ਪੁਰਾਣੇ ਢੰਗਾਂ ਨਾਲ ਨਹੀਂ ਚੱਲ ਸਕਦੀ, ਹੁਣ ਢੰਗ ਨਵੇਂ ਹੋਣਗੇ ਤੇ ਨਵਾਂ ਹੀ ਤੁਹਾਡਾ ਪਾਰਟੀ ਦਾ ਏਜੰਡਾ ਹੋਏਗਾ। ਮੈਂ ਕਦੇ ਵੀ ਪੈਸੀਮਿਸਟਿਕ ਨਹੀਂ ਹੋਇਆ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸੁਖਬੀਰ ਤੋਂ ਲੱਗਦਾ ਹੈ
ਸੁਖਬੀਰ ਜਦੋਂ ਸਿਆਸਤ ਦੇ ਵਿੱਚ ਆਇਆ ਹੈ, ਇਹਦੇ 'ਚ ਬਹੁਤ ਦਮ ਸੀ, ਕੁਛ ਕਰਨ ਦੀ ਇਹਦੇ 'ਚ ਖਾਸ ਸੀ। ਇਹ ਚੇਂਜ ਹੋਣੀ ਸ਼ੁਰੂ ਹੁੰਦੀ ਹੈ 2007 ਦੇ ਵਿੱਚ, ਜਦੋਂ ਪਾਵਰ ਦਿਮਾਗ ਨੂੰ ਚੜ੍ਹਨੀ ਸ਼ੁਰੂ ਹੁੰਦੀ ਹੈ ਤੇ ਉਹਦੇ ਨਾਲ ਐਰੋਗੈਂਸ ਵੱਧਦੀ ਹੈ, ਬੜਾ ਕੁਝ ਹੋਇਆ। ਚਲੋ ਉਹ ਵੱਖਰਾ ਚੈਪਟਰ ਹੈ, ਗੱਲ ਤਾਂ ਅੱਜ ਨਵੀਂ ਸ਼ੁਰੂਆਤ ਕਰਨ ਲਈ ਹੈ। ਇਹ ਹੁਣ ਸਮਾਂ ਦੱਸੇਗਾ ਕਿ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਆਪ ਨੂੰ ਰੀਮਾਡਲ ਕਰਕੇ ਪੇਸ਼ ਕੀਤਾ ਹੈ ਕਿ ਉਹ ਤੇ ਅਮਲ ਵੀ ਕਰਦੇ ਹੈ। ਸੋ ਗੱਲ ਇੰਨੀ ਇੱਕ ਨਹੀਂ ਹੈ ਕਿ ਉਹਨਾਂ ਨੇ ਮਾਫੀ ਮੰਗੀ ਹੈ, ਇਹ ਓਵਰਆਲ ਅੱਗੇ ਚੇਂਜ 6 ਮਹੀਨੇ 'ਚ ਕੋਈ ਨਜ਼ਰ ਆਉਂਦੀ ਹੈ ਜਾਂ ਨਹੀਂ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਿਚੁਏਸ਼ਨ ਬਹੁਤ ਤੇਜ਼ੀ ਨਾਲ ਪੰਜਾਬ ਦੀ ਬਦਲ ਰਹੀ ਹੈ, ਕੱਲ ਨੂੰ ਕੀ ਕੁਛ ਹੋ ਸਕਦਾ ਹੈ। ਉਹ ਇੱਕ ਗੱਲ ਤੋਂ ਅੰਦਾਜ਼ਾ ਲਾਓ ਵੀ ਅਮਿਤ ਸ਼ਾਹ ਹੋਰਾਂ ਨੇ ਬਿਲਕੁਲ ਹੁੰਗਾਰਾ ਨਹੀਂ ਭਰਿਆ ਕਿਸੇ ਗੱਲ ਤੇ ਵੀ। ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਚੁੱਪੀ ਹੈ, ਉਹ ਬਹੁਤ ਕੁਝ ਇੰਡੀਕੇਟ ਕਰ ਰਹੀ ਹੈ। ਸਰਦਾਰ ਹਰਮੀਤ ਸਿੰਘ ਜੀ, ਕੁਝ ਲਾਈਨਾਂ ਦੇ ਵਿੱਚ ਕੀ ਵੱਡੇ ਫੈਸਲਿਆਂ ਲਈ ਦੇਰੀ ਦੀ ਲੋੜ ਹੁੰਦੀ ਹੈ ਜਾਂ ਵਿਲ ਪਾਵਰ ਦੀ ਲੋੜ ਹੁੰਦੀ ਹੈ? ਜੇ ਇਹ ਹੀ ਕਹਿਣਾ ਹੋਵੇ ਕਿ ਮੇਰੇ ਪਰਿਵਾਰ ਦੇ ਵਿੱਚੋਂ ਇੱਕ ਹੀ ਵਿਅਕਤੀ ਇਲੈਕਸ਼ਨ ਲੜੇਗਾ, ਬਾਕੀ ਸਾਰੇ ਪੋਲਿਟਿਕਸ ਦੇ ਵਿੱਚੋਂ ਬਾਹਰ ਕਰਤੇ ਜਾਣਗੇ, ਉਹ ਸਰਗਰਮ ਸਿਆਸਤ ਵਿੱਚ ਨਹੀਂ ਹੋਣਗੇ, ਸੇਵਾ ਦੇ ਰੂਪ 'ਚ ਜਿਹੜੇ ਮਰਜ਼ੀ ਆ ਜਾਣ, ਕੋਈ ਇਲੈਕਸ਼ਨ ਨਹੀਂ ਲੜਨਗੇ। ਦੂਜੀ ਗੱਲ ਇਹ ਕਿ ਜਿਹੜੇ ਵੀ ਵਿਅਕਤੀ ਲੱਗਦਾ ਹੈ ਕਿ ਇਸ ਸਿਆਸਤ ਦੇ ਫਿੱਟ ਨਹੀਂ, ਉਹਨਾਂ ਤੋਂ ਮਾਫੀ ਮੰਗ ਲਈ ਜਾਊਗੀ। ਤੇ ਜਿਹੜੇ ਲੋਕ ਰੋਸ ਰਸਾ ਕੇ ਬਾਹਰ ਚਲੇ ਗਏ ਹੁੰਦੇ ਆ, ਜਿਹੜੇ ਲੋਕ ਇਸ ਧਿਰ ਨੂੰ ਜਾਂ ਇਸ ਪਾਰਟੀ ਨੂੰ ਜਾਂ ਇਸ ਲਹਿਰ ਨੂੰ, ਇਸ ਮੂਵਮੈਂਟ ਨੂੰ, ਇਸ ਵਿਚਾਰ ਨੂੰ ਖੜਾ ਕਰਨ 'ਚ ਸਾਲਾਂ ਦੇ ਸਾਲ ਲਾ ਚੁੱਕੇ ਹੁੰਦੇ ਆ, ਬਿਨਾਂ ਸ਼ਰਤ ਉਹਨਾਂ ਦੇ ਕੋਲ ਉਹਨਾਂ ਦੇ ਘਰਾਂ ਤੱਕ ਜਾਣ ਦੀ ਰਣਨੀਤੀ ਹੁੰਦੀ ਆ। ਕਿ ਇਸ ਤਰੀਕੇ ਨਾਲ ਵੀ ਫੈਸਲੇ ਲਏ ਜਾ ਸਕਦੇ ਆ? ਤੇ ਇਹ ਤੇ ਓਵਰਨਾਈਟ ਹੀ ਹੋ ਜਾਂਦਾ, ਇਹਦੇ 'ਚ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਤਿਆਰੀ ਦੀ ਲੋੜ ਹੁੰਦੀ। ਨਹੀਂ, ਕੋਈ ਲੈਣਾ ਚਾਹੇ ਤਾਂ ਲੈ ਜਾ ਸਕਦੇ ਨੇ, ਪਰ ਚਾਹਤ ਪਹਿਲੀ ਗੱਲ ਹੁੰਦੀ ਹੈ ਨਾ, ਪੋਲੀਟੀਕਲ ਵਿਲ ਪਾਵਰ ਜਿਹਨੂੰ ਕਹਿੰਦੇ ਨੇ। ਜੇ ਹੁਣ ਆਹ ਰਸਤਾ ਤੇ ਐਸ ਤੇ ਆਪਾਂ ਫੈਸਲੇ ਕਰ ਰਹੇ ਨੇ, ਨਾਰਮਲੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲੋਂ ਸੁਖਬੀਰ ਸਿੰਘ ਬਾਦਲ ਤੁਰੰਤ ਫੈਸਲੇ ਲੈਣ ਲਈ ਤਾਂ ਜਾਣੇ ਜਾਂਦੇ ਨੇ ਮੁਕਾਬਲਤਨ ਜ਼ਿਆਦਾ, ਪਰ ਉਹ CEO ਟਾਈਪ ਫੈਸਲੇ ਨੇ। ਪੋਲਿਟਿਕਸ ਹਮੇਸ਼ਾ CEO ਟਾਈਪ ਨਹੀਂ ਚੱਲਦੀ, ਦੋਸਤਾਂ ਮਿੱਤਰਾਂ ਨਾਲ ਸਲਾਹ ਕਰਕੇ ਚੱਲਦੀ ਹੈ। ਜਿਹੜੇ ਤੁਹਾਡੇ ਦੋਸਤ ਸਾਥੀ ਜਾਂ ਆਲੇ ਦੁਆਲੇ ਵਾਲੇ ਹੁੰਦੇ ਨੇ, ਉਹਨਾਂ ਨਾਲ ਸਲਾਹ ਕਰਕੇ ਫਿਰ ਤੁਸੀਂ ਜਦੋਂ ਇੱਕ ਚੀਜ਼ ਨੂੰ ਨਾਲ, ਕਿਉਂਕਿ ਨਾਲ ਕੈਰੀ ਵੀ ਤਾਂ ਕਰਨਾ ਹੁੰਦਾ, ਉਹਨਾਂ ਨੂੰ ਜਚੇ ਵੀ ਗੱਲ ਕਿ ਹਾਂ ਇਹੀ ਇੱਕ ਚੀਜ਼ ਹੈ ਜਾਂ ਇਸੇ ਚੀਜ਼ ਨੂੰ ਅੱਗੇ ਲਿਜਾਣ ਦੀ ਗੱਲ ਹੁੰਦੀ ਹੈ। ਇਹ ਉਸ ਤੋਂ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਮਨ ਕੀ ਹੈ, ਤੁਸੀਂ ਅੰਦਰੋਂ ਮਨ ਬਣਾ ਲਿਆ, ਨਹੀਂ ਬਣਾ ਲਿਆ, ਪੋਲੀਟੀਕਲ ਵਿਲ ਪਾਵਰ ਹੈ ਜਾਂ ਨਹੀਂ, ਕੀ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਦੀ ਜਵਾਬਦੇਹ ਤੇ ਪਾਰਦਰਸ਼ੀ ਪ੍ਰਬੰਧ 'ਚ ਤੁਸੀਂ ਆਪਣੀ ਜ਼ਿੰਦਗੀ ਜਿਉਣ ਦਾ ਫੈਸਲਾ ਕਰ ਲਿਆ। ਜੇ ਉਧਰ ਨੂੰ ਫੈਸਲਾ ਕਰ ਲਿਆ ਤਬਦੀਲੀ ਵਾਲਾ, ਤਾਂ ਇਹ ਕੋਈ ਬੜਾ ਕੰਮ ਨਹੀਂ ਹੈ। ਪਰ ਜੇ ਫੈਸਲਾ ਨਹੀਂ ਕਰ ਲਿਆ, ਕਹਿਣੀ ਤੇ ਕਰਨੀ ਦਾ ਸੁਮੇਲ ਜਿੰਨਾ ਚਿਰ ਨਹੀਂ ਹੁੰਦਾ, ਉਹਨਾਂ ਚਿਰ ਚੀਜ਼ਾਂ ਕਾਫੀ ਔਖੀਆਂ ਹੁੰਦੀਆਂ ਨੇ ਬਦਲਣੀਆਂ। ਬਿਲਕੁਲ ਠੀਕ ਹੈ। ਇਹ ਬਹਿਸ ਬਹੁਤ ਲੰਬੀ ਹੈ, ਇੰਨੇ ਸਵਾਲ ਨੇ, ਲੇਕਿਨ ਸਮੇਂ ਦੀ ਇੱਕ ਸੀਮਾ ਹੈ ਤੇ ਅਸੀਂ ਉਹਨੂੰ ਉਲੰਘਾਂਗੇ ਨਹੀਂ। ਸਾਨੂੰ ਤੁਹਾਡਾ ਖਿਆਲ ਰਹਿੰਦਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।